ਲੀਵਰ ਦੀ ਪ੍ਰੋਬਲਮ ਸੀ, ਉਸ ਪ੍ਰੋਬਲਮ ਨੂੰ ਲੈ ਕੇ ਹੀ ਅੰਮ੍ਰਿਤਸਰ ਤੋਂ ਮੋਗੇ ਤੱਕ ਦਾ ਸਫ਼ਰ। ਆਮ ਇਹ ਹੁੰਦਾ ਹੈ ਵੀ ਆਪਾਂ ਮਤਲਬ ਜ਼ਿਆਦਾ ਦਾਰੂ ਪੀਤੀ ਤੇ ਲੀਵਰ ਖਰਾਬ ਹੋ ਗਿਆ, ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ 11 ਸਾਲ ਦੀ ਏਜ ਦੇ ਵਿੱਚ ਤੁਹਾਡੇ ਲੀਵਰ 'ਚ ਪ੍ਰੋਬਲਮ ਆਈ ਆ। ਅੱਜ ਕੱਲ੍ਹ ਮਾਹੌਲ ਹੀ ਇਦਾਂ ਦਾ ਹੈ ਕਿ ਜੋ ਵੀ ਖਾ ਰਹੇ ਆ ਸਾਰਾ ਪੈਸਟੀਸਾਈਡਸ, ਸਭ ਕੁਝ ਦਵਾਈਆਂ ਨਾਲ ਬਣ ਕੇ ਆ ਰਿਹਾ। ਲੀਵਰ ਤੇ ਆਪਾਂ ਰਿਕਵਰ ਕਰ ਸਕਦੇ ਹਾਂ, ਬਟ ਜਦੋਂ ਐਲੋਪੈਥੀ ਦੀ ਇਨਟੇਕ ਹੋਣੀ ਸ਼ੁਰੂ ਹੋ ਜਾਂਦੀ ਹੈ, ਲੀਵਰ ਠੀਕ ਹੋਣ ਨਾਲੋਂ ਜ਼ਿਆਦਾ ਦਿੱਕਤ ਦੇ ਵਿੱਚ ਆ ਗਿਆ ਸੀ। ਨਾਰਮਲੀ ਪਹਿਲਾਂ ਐਸਿਡਿਟੀ, ਫਿਰ ਹੌਲੀ ਹੌਲੀ ਇੰਡਾਈਜੈਸ਼ਨ। ਫਿਰ ਜਦੋਂ ਇੱਥੇ ਆ ਕੇ ਇਹਨਾਂ ਨੂੰ ਮਿਲਿਆ, ਸਟਾਰਟਿੰਗ 'ਚ ਤੇ ਇਹ ਚੀਜ਼ ਸਮਝਣ 'ਚ ਨਹੀਂ ਆਉਂਦੀ। ਮੈਂ ਖੁਦ ਇਹ ਚੀਜ਼ ਨੂੰ ਅਸੈਪਟ ਨਹੀਂ ਸੀ ਕਰ ਪਾਇਆ ਕਿ ਹਾਂ ਮੈਂ ਠੀਕ ਹੋ ਪਾਊਂਗਾ ਕਿ ਨਹੀਂ। ਫਸਟ ਟਾਈਮ ਡਾਕਟਰ ਸਾਹਿਬ ਦੀ ਗੱਲਬਾਤ ਸੁਣੀ ਤੋ ਉਸ ਤੋਂ ਲੱਗਾ ਕਿ ਚਲੋ ਜੇ ਕਹਿ ਰਹੇ ਨੇ ਹੋ ਸਕਦਾ ਹੈ, ਬਟ ਇੱਕ ਮਨ ਦੇ ਵਿੱਚ ਇੱਕ ਕੋਨੇ 'ਚ ਇਹ ਵੀ ਸੀ ਕਿ ਯਾਰ ਇਹਨਾਂ ਚੀਜ਼ਾਂ ਨੂੰ ਕੁਝ ਫਾਇਦਾ ਨਹੀਂ ਹੁੰਦਾ। 15 ਦਿਨਾਂ ਬਾਅਦ ਤੁਹਾਡੀ ਬੋਡੀ 'ਚ ਕੀ ਰਿਐਕਸ਼ਨ ਸੀ? ਤੁਹਾਨੂੰ ਲੱਗਾ ਕਿ ਇਹਦਾ ਫਾਇਦਾ ਹੋ ਰਿਹਾ ਜਾਂ ਤੁਹਾਨੂੰ ਲੱਗਾ ਕਿ ਨਹੀਂ ਕੁਝ ਫਾਇਦਾ ਹੀ ਨਹੀਂ ਹੋਇਆ, ਹੁਣ ਕੀ ਕਰੀਏ ਹੈ ਨਾ, ਦੂਰੀ ਲੈਣ ਜਾਈਏ ਕਿ ਨਾ ਜਾਈਏ? ਦੱਸਿਆ ਗਿਆ ਸੀ ਪਹਿਲਾਂ ਹੀ ਕਿ ਇਹਨਾਂ ਦਾ ਹੋ ਸਕਦਾ ਕਿ ਤੁਹਾਡੀ 10 ਦਿਨ ਡਿਟੌਕਸੀਫਿਕੇਸ਼ਨ ਹੋਵੇ ਬੋਡੀ ਦੀ, ਉਸੇ ਤਰ੍ਹਾਂ ਹੀ ਹੋਇਆ। 4 ਪਰਹੇਜ਼ ਦੱਸੇ ਜਾਂਦੇ ਨੇ ਜੋ ਕਿ ਬੜੇ ਜ਼ਰੂਰੀ ਨੇ ਡਾਕਟਰ ਸਾਹਿਬ ਵੱਲੋਂ, ਕਿ ਚਿੱਟਾ ਨਮਕ ਛੱਡ ਕੇ ਪਾਕਿਸਤਾਨੀ ਨਮਕ ਸ਼ੁਰੂ ਕਰਨਾ ਹੈ, ਖੰਡ ਛੱਡ ਕੇ ਗੁੜ ਸ਼ੱਕਰ ਸ਼ੁਰੂ ਕਰਨਾ ਹੈ, ਤੇਲ ਰਿਫਾਈਨਡ ਵਗੈਰਾ ਛੱਡ ਕੇ ਸਰੋਂ ਦਾ ਤੇਲ ਸ਼ੁਰੂ ਕਰਨਾ ਹੈ, ਤੇ ਪਾਣੀ ਜਿਹੜਾ ਵੀ ਲੈਣਾ ਘੜੇ 'ਚ ਪਾ ਕੇ ਲੈਣਾ। ਉਹਦਾ ਕੋਈ ਸਾਈਡ ਇਫੈਕਟ ਲੱਗਾ ਤੁਹਾਨੂੰ? ਨਹੀਂ ਸਰ, ਫਾਇਦਾ ਹੀ ਕੀਤਾ ਹੈ, ਕੋਈ 0.1% ਦਾ ਵੀ ਨੁਕਸਾਨ ਨਹੀਂ। ਸਾਡੇ ਵੀਰ ਨੇ ਉਹਨਾਂ ਨੇ ਕਈ ਲੀਵਰ ਦੇ ਨਾਲ ਕੁਛ ਛੇੜਖਾਨੀ ਕਰਕੇ ਉਹਨਾਂ ਨੇ ਲੀਵਰ ਖਰਾਬ ਹੋਇਆ, ਜਾਂ ਕਈਆਂ ਦਾ ਕੁਦਰਤੀ ਤੌਰ 'ਤੇ ਕੋਈ ਪ੍ਰੋਬਲਮ ਆ ਗਈ ਲੀਵਰ ਨੂੰ ਲੈ ਕੇ, ਕੀ ਉਹ ਡਾਕਟਰ ਸਾਹਿਬ ਤੱਕ ਅਪਰੋਚ ਕਰ ਸਕਦੇ ਨੇ ਜਾਂ ਉਹਨਾਂ ਨੂੰ ਫਾਇਦਾ ਹੈਗਾ? ਰეკਮੈਂਡ ਕਰੋਗੇ? ਇੱਕ ਚੀਜ਼ ਹੁੰਦੀ ਸੁਣੀ ਸੁਣਾਈ, ਬਟ ਮੈਂ ਤੇ ਹੰਡਾਈ ਹੋਈ ਹੈ। ਜਿਹੜੇ ਇਨਸਾਨ ਨੇ ਹੰਡਾਈ ਹੋਏ ਉਹ 100% ਕੀ ਉਹ 200% ਵੀ ਕਹਿ ਸਕਦਾ ਕਿ ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਮਿਲੋ, ਜ਼ਰੂਰ ਹੱਲ ਹੁੰਦਾ ਹੈ। ਲੀਵਰ ਦੀ ਹਰੇਕ ਦਿੱਕਤ ਦਾ ਹੱਲ ਹੁੰਦਾ ਹੈ। ਮੇਰੇ ਮਦਰ ਦੀ ਦਿੱਕਤ ਸੀ, ਬੀਪੀ ਦੀ ਦਿੱਕਤ ਸੀ, ਉਹਨਾਂ ਦੇ ਵੀ ਲੀਵਰ ਦੀ ਦਿੱਕਤ ਬਣੀ ਹੋਈ ਸੀ। ਉਸ ਦੇ ਨਾਲ ਇੰਨੀ ਕੁ ਵਧੀ ਹੋਈ ਸੀ ਕਿ ਸਰਵਾਈਕਲ ਪੇਨ ਨਹੀਂ ਸੀ ਨਾਲ, ਸਰਵਾਈਕਲ ਤੇ ਇੰਨੀ ਦਿੱਕਤ ਵੱਧ ਗਈ ਹੋਈ ਸੀ ਕਿ ਉਹਨਾਂ ਨੇ ਲਾਗੇ ਕੋਈ ਹਸਪੀਟਲ ਨਹੀਂ ਛੱਡਿਆ ਹੋਣਾ। ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਇੱਥੋਂ ਦਾ ਮੈਸੇਜ ਲੱਗਾ, ਠੀਕ ਹੈ ਜੀ, ਇੱਥੋਂ ਮੈਡੀਸਿਨ ਆਪਾਂ ਸ਼ੁਰੂ ਕੀਤੀ ਤੇ ਹੁਣ ਸਰਵਾਈਕਲ ਤੋਂ ਵੀ ਠੀਕ ਨੇ, ਬੀਪੀ ਤੋਂ ਵੀ ਠੀਕ ਨੇ, ਤੇ ਜਿਹੜੀ ਇਹ ਦਰਦ ਹੁੰਦੀ ਸੀ ਇੱਕ ਪਾਸੇ, ਇੱਕ ਬਾਂਹ ਦੇ ਵਿੱਚ ਤੇ ਇੱਕ ਲੱਤ ਦੇ ਵਿੱਚ, ਉਹ ਵੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਸਤਿੰਦਰ ਵਿਰਕ ਤੇ ਤੁਸੀਂ ਜੁੜੇ ਹੋਏ ਹੋ ਜੀ ਕੇਅਰ ਏਸ਼ੀਆ ਟੀਵੀ ਦੇ ਨਾਲ। ਤੇ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਜਿਹੜਾ ਸਾਡਾ ਕਮਿਟਮੈਂਟ ਹੁੰਦਾ ਕਿ ਅਸੀਂ ਹਰ ਪ੍ਰਕਾਰ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਵੱਖ-ਵੱਖ ਮਾਧਿਅਮ ਹੁੰਦੇ ਆ ਜੀ, ਕਈ ਵਾਰ ਕੋਈ ਇੱਦਾਂ ਦੀਆਂ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜ ਕੇ ਕੰਮ ਕਰ ਰਹੀਆਂ ਹੁੰਦੀਆਂ, ਅਤੇ ਕਈ ਵਾਰ ਇੱਦਾਂ ਦੇ ਜਿਹੜੇ ਪੇਸ਼ੈਂਟ ਹੁੰਦੇ ਆ ਜਿਹੜੇ ਆਪਣੀ ਬਿਮਾਰੀ ਜਿਹੜੀ ਹੁੰਦੀ ਆ ਉਹਨਾਂ ਉਸ ਚੀਜ਼ ਨੂੰ ਕਿੱਦਾਂ ਨਾ ਟੈਕਲ ਕੀਤਾ ਅਤੇ ਕਿੱਦਾਂ ਉਹਨਾਂ ਦੀ ਰਿਕਵਰੀ ਜਿਹੜੀ ਆ ਹੋਈ, ਆਪਾਂ ਉਹਨਾਂ ਨਾਲ ਗੱਲ ਕਰਦੇ ਰਹਿੰਦੇ ਹਾਂ। ਸੋ ਕਿਤੇ ਨਾ ਕਿਤੇ ਸਾਡਾ ਤੁਹਾਡੇ ਤੱਕ ਗੱਲਬਾਤ ਕਰਨ ਦਾ ਜਿਹੜਾ ਮੇਨ ਮਕਸਦ ਇਹ ਰਹਿੰਦਾ ਹੈ ਕਿ ਜਿਹੜੀ ਸਾਡੀ ਗੱਲਬਾਤ ਦੇ ਥਰੂ ਜਿਹੜੀ ਮੇਨ ਪੋਜ਼ੀਟਿਵ ਜਿਹੜੀ ਇਨਫੋਰਮੇਸ਼ਨ ਹੁੰਦੀ ਉਹ ਤੁਹਾਡੇ ਤੱਕ ਪਹੁੰਚ ਜਿਹੜੀ ਆਸਾਨੀ ਨਾਲ ਹੋ ਸਕੇ, ਕਿਉਂਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਅਤੇ ਬਹੁਤ ਸਾਰੀ ਆਸ ਆ ਤੁਹਾਨੂੰ ਲੱਗੀ ਰਹਿੰਦੀ ਆ ਕਿ ਅਸੀਂ ਜਿੰਨੀ ਵੀ ਜਾਣਕਾਰੀ ਦਈਏ ਉਹ ਸਟੀਕ ਹੋਵੇ ਅਤੇ ਉਹ ਜੈਨੂਨ ਹੋਵੇ। ਸੋ ਹਰੇਕ ਐਂਗਲ ਤੋਂ ਹਰੇਕ ਐਵੀਡੈਂਸ ਨੂੰ ਚੰਗੀ ਤਰ੍ਹਾਂ ਦੇਖ ਪਰਖ ਕੇ ਅਸੀਂ ਜਿਹੜਾ ਪੇਸ਼ੈਂਟ ਜਾਂ ਕੋਈ ਨਵੀਆਂ ਸ਼ਖਸੀਅਤਾਂ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿੰਦੇ ਆ। ਅਤੇ ਅੱਜ ਸਾਡੇ ਨਾਲ ਜੁੜੇ ਹੋਏ ਆ ਜਨਾਬ, ਮੈਂ ਉਹਨਾਂ ਨਾਲ ਇੰਟਰੋਡਕਸ਼ਨ ਤੁਹਾਡੀ ਸਾਡੇ ਸਾਰਿਆਂ ਦੇ ਨਾਲ ਮਤਲਬ ਕਰਾਵਾਂਗਾ ਮੈਂ। ਅਤੇ ਉਹਨਾਂ ਨੂੰ ਵੀ ਇੱਕ ਬਹੁਤ ਭਿਆਨਕ ਬਿਮਾਰੀ ਸੀ ਜਿਹੜੀ ਹੁਣ ਉਹਨਾਂ ਨੇ ਉਹ ਠੀਕ ਹੋਈ ਆ, ਅਤੇ ਉਹਨਾਂ ਦਾ ਸਟੇਟਸ ਜਿਹੜਾ ਹੁਣ ਬਿਲਕੁਲ ਹੁਣ ਵੀ ਤੰਦਰੁਸਤ ਨੇ ਉਹ। ਸੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਸੋ ਜਸਵੀਰ ਸਿੰਘ ਜੀ ਦੇ ਨਾਲ ਆਪਾਂ ਬੈਠੇ ਹੋਏ ਹਾਂ ਜੀ ਇਲੈਕਟ੍ਰੋ ਹੋਮੋਪੈਥੀ ਨੈਚੁਰਲ ਸਾਇੰਸ ਨਾਲ ਰਿਲੇਟਡ ਡਾਕਟਰ ਵਰਿੰਦਰ ਸਿੰਘ ਜੀ ਭੁੱਲਰ ਸਾਹਿਬ ਦਾ ਜਿਹੜਾ ਹੌਸਪੀਟਲ ਆ, ਉੱਥੇ ਆਪਾਂ ਇਸ ਟਾਈਮ ਵਿਰਾਜਮਾਨ ਆ, ਜਿੱਥੇ ਭਾਜੀ ਉਹਨਾਂ ਨਾਲ ਆਪਾਂ ਗੱਲ ਕਰ ਰਹੇ ਹਾਂ। ਤਾਂ ਇੱਥੇ ਆਉਣ ਦਾ ਇਹਨਾਂ ਦਾ ਕਾਰਨ ਕੀ ਸੀ, ਕਿਵੇਂ ਜੁੜੇ, ਤਾਂ ਇਸ ਤੋਂ ਬਾਅਦ ਇਹਨਾਂ ਨੇ ਹੁਣ ਸਟਿਲ ਕੀ ਕਰ ਰਹੇ ਨੇ, ਅਤੇ ਪਹਿਲਾਂ ਇਹ ਕਿਹੜੀ ਜਿਹੜੀ ਡਿਜ਼ੀਜ਼ ਸੀ ਜਿਨ ਤੋਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ, ਅਤੇ ਇਹ ਕਿੱਦਾਂ ਠੀਕ ਹੋਏ, ਆਪਾਂ ਇਹਨਾਂ ਦੇ ਥਰੂ ਸੁਣਾਂਗੇ ਸਾਰੀ ਗੱਲਬਾਤ। ਭਾਜੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਸੀਂ? ਹਾਂਜੀ, ਮੇਰਾ ਛੋਟਾ ਜਿਹਾ ਪਿੰਡ ਹੈ, ਰਈਏ ਦਾ ਬਾਰੇ ਸੁਣਿਆ ਹੈਗਾ ਤੁਸੀਂ, ਉਹਦੇ ਨਾਲ ਪਿੰਡ ਧੂਲਕਾ ਹੈ, ਅੰਮ੍ਰਿਤਸਰ ਡਿਸਟ੍ਰਿਕਟ 'ਚ ਪੈਂਦਾ ਹੈ। ਅੱਛਾ, ਕਿੰਨਾ ਕੁ ਛੋਟਾ ਪਿੰਡ ਹੈ ਜੀ? ਮੰਨ ਲਓ ਨਾਰਮਲ ਪਿੰਡਾਂ 'ਚ ਪਿੰਡ ਹੈ, ਅਤੇ ਜ਼ਿਆਦਾਤਰ ਚਲੋ ਇੱਧਰਲੀ ਸਾਈਡ ਕਿਸੇ ਨੂੰ ਪਤਾ ਵੀ ਨਹੀਂ ਹੋਏਗਾ।
ਹਾਂਜੀ ਡਿਸਟ੍ਰਿਕਟ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜੇ ਵੀ ਇਦਾਂ ਦਾ ਪਿੰਡ ਹੈਗਾ। ਪਿੰਡ ਧੂਲਕਾ ਹੈ, ਡਿਸਟ੍ਰਿਕਟ ਅੰਮ੍ਰਿਤਸਰ। ਹਾਂਜੀ ਸੋ ਭਾਜੀ ਇਹ ਹੈਗਾ ਮੋਗਾ ਤੇ ਪਿੰਡ ਹੈਗਾ ਅੰਮ੍ਰਿਤਸਰ ਕੋਲੇ, ਤੇ ਇਹ ਜਿਹੜਾ ਫਾਸਲਾ ਤੁਸੀਂ ਤੈਅ ਕੀਤਾ ਆ ਤੇ ਇਹਦੇ ਪਿੱਛੇ ਕਾਰਨ ਕੀ ਆ? ਇਸ ਫਾਸਲੇ ਪਿੱਛੇ ਵੀ ਭਾਜੀ ਇੱਕ ਬਹੁਤ ਵੱਡਾ ਰਾਜ਼ ਹੈ, ਕਿਉਂਕਿ ਚਲੋ ਨਾਰਮਲੀ ਹਰੇਕ ਵੀਡੀਓ 'ਚ ਤੁਹਾਡੀ ਹਰੇਕ ਵੀਡੀਓ ਮੈਂ ਵੀ ਦੇਖਦਾ, ਬਾਕੀ ਦਰਸ਼ਕ ਵੀ ਦੇਖਦੇ ਨੇ, ਸਭ ਨੂੰ ਪਤਾ ਹੈ ਕਿ ਉੱਥੋਂ ਦਾ ਅੰਮ੍ਰਿਤਸਰ ਤੋਂ ਲੈ ਕੇ ਮੋਗੇ ਤੱਕ ਦਾ ਇੱਥੇ ਤੱਕ ਦਾ ਸਫ਼ਰ ਇੱਕ ਨਵੀਂ ਜਰਨੀ, ਕਿਸੇ ਲਈ ਨਵੀਂ ਉਮੀਦ, ਕਿਸੇ ਲਈ ਨਵੀਂ ਜ਼ਿੰਦਗੀ ਹੈ। ਤੇ ਮੇਰਾ ਵੀ ਕੁਝ ਇਸ ਤਰ੍ਹਾਂ ਦਾ ਸੀ, ਕਿਉਂਕਿ ਕੋਈ ਵੀ ਲਾ ਲਓ ਹੁਣ ਨਾਰਮਲੀ ਕੋਈ ਵੀ ਇਨਸਾਨ ਹੈ, ਕੋਈ ਨਹੀਂ ਚਾਹੁੰਦਾ ਮੈਂ ਹਸਪੀਟਲ ਜਾਵਾਂ ਜਾਂ ਮੈਂ ਡਾਕਟਰਾਂ ਕੋਲ ਜਾਵਾਂ, ਕੋਈ, ਕਿਉਂਕਿ ਲਾ ਲਓ ਨਾਰਮਲੀ ਨੌਲੇਜ ਵਾਸਤੇ ਵੀ ਨਹੀਂ ਆਪਾਂ ਜਾਂਦੇ, ਕਿਉਂਕਿ ਇਹ ਚੀਜ਼ ਵੱਲ ਦੇਖਣਾ ਹੀ ਨਹੀਂ ਹੈ ਜਿਹੜੀ ਇੰਨੀ ਭਿਆਨਕ ਹੈ। ਤੇ ਮੇਰਾ ਵੀ ਕੁਝ ਇੱਦਾਂ ਦਾ ਸਫ਼ਰ ਸੀ ਕਿ ਮੈਂ ਵੀ ਇੱਕ ਲੀਵਰ ਦੀ ਪ੍ਰੋਬਲਮ ਸੀ ਮੇਨ, ਕਿਉਂਕਿ ਚਲੋ ਪਹਿਲਾਂ ਸਿੰਪਟਮਸ ਦੱਸਦੇ ਹੁੰਦੇ ਸੀ ਡਾਕਟਰ, ਨਾਰਮਲੀ ਡਾਕਟਰਾਂ ਨੂੰ ਕਿ ਆਹ ਸਿੰਪਟਮ ਹੈ, ਤੇ ਹੁਣ ਜਦੋਂ ਉਹ ਚੀਜ਼ ਦੀ ਸਮਝ ਲੱਗੀ, ਹੁਣ ਪਤਾ ਲੱਗਾ ਕਿ ਲੀਵਰ ਦੀ ਪ੍ਰੋਬਲਮ ਸੀ। ਉਸ ਪ੍ਰੋਬਲਮ ਨੂੰ ਲੈ ਕੇ ਹੀ ਅੰਮ੍ਰਿਤਸਰ ਤੋਂ ਮੋਗੇ ਤੱਕ ਦਾ ਸਫ਼ਰ ਹੈ। ਅੱਛਾ, ਜਿਹੜੀ ਪ੍ਰੋਬਲਮ ਤੁਸੀਂ ਲਿਵਰ ਦੀ ਪ੍ਰੋਬਲਮ ਹੁੰਦੀ ਆ ਨਾ ਮੇਨ, ਆਮ ਤੌਰ ਤੇ ਲਿਵਰ ਦੀ ਗੱਲਬਾਤ ਅਸੀਂ ਕਰਦੇ ਹੁੰਦੇ ਆ ਵੀ ਜਿਹੜੀ ਜਨਤਾ ਪੈਗ ਪੁਗ ਲਾਉਂਦੀ ਹੈ ਸਾਡੇ ਨਾਲ ਜੁੜੇ ਹੋਏ ਸਬਸਕ੍ਰਾਈਬਰ, ਸਾਰੇ ਨਹੀਂ ਲਾਉਂਦੇ, ਵਿੱਚੋਂ ਹੈਗਾ ਹੀ ਹੱਸੀ ਜਾਂਦੇ ਆ ਦੇਖ ਕੇ। ਸੋ ਉਹਨਾਂ ਨੂੰ ਹਨਾ ਆਮ ਇਹ ਹੁੰਦਾ ਹੈ ਵੀ ਆਪਾਂ ਮਤਲਬ ਜ਼ਿਆਦਾ ਦਾਰੂ ਪੀਤੀ ਤੇ ਲੀਵਰ ਖਰਾਬ ਹੋ ਗਿਆ, ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ 11 ਸਾਲ ਦੀ ਏਜ ਦੇ ਵਿੱਚ ਤੁਹਾਡੇ ਲੀਵਰ 'ਚ ਪ੍ਰੋਬਲਮ ਆਈ ਆ। ਸੋ ਇਹੋ ਜਿਹਾ ਕਰਤਾ ਜੀ ਤੁਸੀਂ ਵੀ ਲੀਵਰ ਨਾਲ ਇਹੋ ਜਿਹਾ ਕਿਹੜਾ ਹਾਦਸਾ ਹੋ ਗਿਆ ਵੀ ਲੀਵਰ ਤੁਹਾਡਾ ਡੈਮੇਜ ਹੋਣ ਦੇ ਕੰਢੇ ਤੇ ਹੋ ਗਿਆ ਸੀ? ਅਸਲ 'ਚ ਸਰ ਕੁਝ ਖਾਣ ਪੀਣ, ਹੁਣ ਨਾਰਮਲੀ ਲਾ ਲਓ ਅੱਜ ਕੱਲ੍ਹ ਮਾਹੌਲ ਹੀ ਇੱਦਾਂ ਦਾ ਕਿ ਜੋ ਵੀ ਖਾ ਰਹੇ ਹਾਂ ਸਾਰਾ ਪੈਸਟੀਸਾਈਡਸ, ਸਭ ਕੁਝ ਦਵਾਈਆਂ ਨਾਲ ਬਣ ਕੇ ਆ ਰਿਹਾ, ਤੇ ਕੁਝ ਦਿੱਕਤ ਸੀ ਬਾਡੀ ਦੇ ਵਿੱਚ ਇਸ ਤਰ੍ਹਾਂ ਦੀ ਕਿ ਉਹਦੇ ਨਾਲ ਲੀਵਰ 'ਤੇ ਜ਼ਿਆਦਾ ਅਸਰ ਹੋ ਰਿਹਾ ਸੀ। ਇਸ ਕਰਕੇ ਸ਼ੁਰੂਆਤ ਤੋਂ ਹੀ ਲੀਵਰ ਇੱਕ ਜਿੱਦਾਂ ਕਹਿ ਲਈਏ ਨਾ ਘੱਟ ਕੰਮ ਕਰਦਾ ਹੈ, 100% ਨਾਲੋਂ ਘੱਟ ਕੰਮ ਕਰਦਾ ਸੀ। ਹੌਲੀ ਕਿਉਂਕਿ ਚਲੋ ਲੀਵਰ 'ਤੇ ਆਪਾਂ ਰਿਕਵਰ ਕਰ ਸਕਦੇ ਹਾਂ, ਬਟ ਜਦੋਂ ਐਲੋਪੈਥੀ ਦੀ ਇਨਟੇਕ ਹੋਣੀ ਸ਼ੁਰੂ ਹੋ ਜਾਂਦੀ ਹੈ, ਚਲੋ ਉਹ ਮਾੜੀ ਨਹੀਂ ਹੈ, ਬਟ ਕਿਤੇ ਨਾ ਕਿਤੇ ਉਹ ਚੀਜ਼ ਦਾ ਸਾਈਡ ਇਫੈਕਟ ਜ਼ਰੂਰ ਹੁੰਦਾ ਇਸ ਚੀਜ਼ 'ਤੇ। 2011 ਮਤਲਬ ਜਦੋਂ ਤੁਸੀਂ 11 ਸਾਲਾਂ ਦੇ ਸੀ, ਉਦੋਂ ਘਰਦਿਆਂ ਨੂੰ ਪਤਾ ਲੱਗਾ ਵੀ ਮੰਮਾ ਨੂੰ ਪਤਾ ਲੱਗਾ ਜਾਂ ਫਾਦਰ ਸਾਹਿਬ ਨੂੰ ਪਤਾ ਲੱਗਾ, ਜਾਂ ਤੁਹਾਨੂੰ ਖੁਦ ਨੂੰ ਇਹ ਫੀਲ ਹੋਇਆ ਕਿ ਤੁਹਾਨੂੰ ਇਹ ਪ੍ਰੋਬਲਮ ਆ, ਜਾਂ ਇਹ ਪ੍ਰੋਬਲਮ ਕਿਵੇਂ ਸਾਹਮਣੇ ਆਈ ਤੁਹਾਨੂੰ, ਉਦੋਂ ਕਿਵੇਂ ਪਤਾ ਲੱਗਾ? ਨਹੀਂ ਮੀਨਸ ਮੈਂ ਤੇ ਚਲੋ ਉਸ ਟਾਈਮ, ਕਿਉਂਕਿ ਇੰਨੀ ਕੁ ਨਾਰਮਲੀ ਜਾਂ ਹੁੰਦਾ ਕਿਸੇ ਬੱਚੇ ਨੂੰ ਇੰਨੀ ਦਿੱਕਤ ਨਹੀਂ ਹੁੰਦੀ, ਇੰਨੀ ਪਰੇਸ਼ਾਨੀ ਨਹੀਂ ਹੁੰਦੀ ਕਿ ਮੇਰੇ ਨਾਲ ਕੀ ਹੋ ਰਿਹਾ, ਬਟ ਫੈਮਿਲੀ ਨੇ ਕੰਡੀਸ਼ਨ ਦੇਖੀ, ਕਿਉਂਕਿ ਮੇਰਾ ਜਦੋਂ ਮੌਸਮ ਚੇਂਜ ਹੁੰਦਾ ਸੀ ਛਾਤੀ ਰੁਕਦੀ, ਹਾਂਜੀ ਸੀਜ਼ਨਲ ਸੀ, ਛਾਤੀ ਰੁਕਦੀ ਸੀ, ਹਾਂ ਐਸਿਡਿਟੀ ਦੀ ਦਿੱਕਤ ਜ਼ਿਆਦਾ ਸੀ, ਤੇ ਜਦੋਂ ਛਾਤੀ ਰੁਕਦੀ ਸੀ ਫਿਰ ਉਹ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਨਾਰਮਲ ਜਿੱਦਾਂ ਪਿੰਡਾਂ 'ਚ ਜਾਂ ਆਪਾਂ ਮੈਡੀਕਲ ਸਟੋਰਾਂ 'ਤੇ ਉਹ ਸੀਜ਼ਨਲੀ ਜਦੋਂ ਚੇਂਜ ਹੁੰਦਾ ਸੀ ਬਾਡੀ, ਤੇ ਉਹ ਭੱਜ ਕੇ ਡਾਕਟਰ ਕੋਲ ਜਾਈਦਾ ਸੀ, ਮੈਡੀਸਨ ਲੈ ਆਈਦੀ ਸੀ, ਕੁਛ ਟਾਈਮ ਵਾਸਤੇ ਫਿਰ ਠੀਕ, ਫਿਰ ਜਦੋਂ ਪ੍ਰੋਬਲਮ ਆਈ ਫਿਰ ਜਾਈਦਾ, ਫਿਰ ਉਹ ਠੀਕ ਹੋ ਜਾਂਦੀ ਸੀ। ਇਸ ਤਰ੍ਹਾਂ ਮਤਲਬ ਤੁਸੀਂ ਲਗਾਤਾਰ ਐਲੋਪੈਥੀ ਜਿਹੜੀ ਦਵਾਈ ਸੀ ਉਹ ਖਾ ਰਹੇ ਸੀ, ਹੈ ਨਾ? 5-6 ਖੁਰਾਕਾਂ ਹੀ ਬਣਾ ਕੇ ਦੇ ਦਿੰਦੇ ਪਿੰਡਾਂ ਦੇ ਵਿੱਚ, ਹੈ ਨਾ? ਹੁਣ ਪਤਾ ਨਹੀਂ ਵੀ ਕਿਹੜੀ ਗੋਲੀ ਨੇ ਅਸਲ 'ਚ ਕਿਹੜਾ ਕੰਮ ਕਰਨਾ, ਉਹ ਤਾਂ ਡਾਕਟਰ ਨੂੰ ਵੀ ਨਹੀਂ ਕਈ ਵਾਰ ਪਤਾ ਹੁੰਦਾ। ਤੇ ਇਹ ਫਿਰ ਤੁਸੀਂ ਕਰਦੇ ਰਹੇ, ਹੈ ਨਾ? ਪਿੰਡ ਵਾਲੇ ਡਾਕਟਰ ਤੋਂ ਫਿਰ ਇਹ ਜਰਨੀ ਸ਼ਹਿਰ ਵਾਲੇ ਡਾਕਟਰ ਤੱਕ ਪਹੁੰਚੀ? ਹਾਂਜੀ, ਹੌਲੀ ਪਿੰਡ ਵਾਲੇ ਡਾਕਟਰ ਤੋਂ ਫਿਰ ਸਰਕਾਰੀ ਹਸਪੀਟਲ ਹੁੰਦੇ ਨੇ। ਆਮ ਤੌਰ 'ਤੇ ਪਿੰਡਾਂ ਵਿੱਚ ਇੱਕ ਸੁਣਨ ਨੂੰ ਚੀਜ਼ ਮਿਲਦੀ ਹੈ ਕਿ ਸਰਕਾਰੀ ਹਸਪੀਟਲ ਜਾਓ, ਡਾਕਟਰ ਸਿਆਣੇ ਹੁੰਦੇ ਨੇ, ਵਧੀਆ ਦਵਾਈ ਦੇਣਗੇ। ਤੋ ਜਦੋਂ ਮੈਡੀਕਲ ਸਟੋਰਾਂ ਤੋਂ ਨਹੀਂ ਰਮਾਨ ਆਇਆ ਪ੍ਰੋਪਰ, ਹੈ ਨਾ, ਉਦੋਂ ਫਿਰ ਆਪਾਂ ਹਸਪੀਟਲਾਂ ਤੱਕ ਵੀ ਗਏ, ਠੀਕ ਹੈ ਜੀ, ਪਰਚੀਆਂ ਵੀ ਬਣਾਈਆਂ, ਲੈਣਾ 'ਚ ਵੀ ਲੱਗੇ, ਟਾਈਮ ਵੀ ਖਰਾਬ ਹੋਇਆ, ਕੁਛ ਟਾਈਮ ਲਈ ਫਿਰ ਰਮਾਨ, ਫਿਰ ਉਹੀ ਹਾਲ, ਫਿਰ ਸੋਚਿਆ ਕਿ ਜੇ ਹਸਪੀਟਲ 'ਚ ਲਾਈਨਾਂ 'ਚ ਲੱਗ ਕੇ ਇਹਨਾਂ ਟਾਈਮ ਖਰਾਬ ਕਰਕੇ ਵੀ ਫਿਰ ਉਹੀ ਹਾਲ ਹੈ, ਫਿਰ ਤਾਂ ਨਾਰਮਲੀ ਪਿੰਡਾਂ ਦੇ ਮੈਡੀਕਲ ਸਟੋਰ ਹੀ ਚੰਗੇ ਨੇ ਕਿ ਚਲੋ ਉੱਥੋਂ ਦਵਾਈ ਲੈ ਆਈਦੀ ਹੈ, ਜਿੰਨਾ ਚਿਰ ਨਸ਼ਾ ਹੈ ਠੀਕ ਹੈ, ਫਿਰ ਉਹੀ ਹਾਲ। ਮਤਲਬ ਉਹ ਤਾਂ ਫਿਰ ਫਾਰਮੈਲਿਟੀ ਹੋ ਗਈ ਨਾ ਜੀ ਕਿ ਸਾਨੂੰ ਕਿਹੜਾ ਆਰਾਮ ਆਉਣਾ ਜੀ, ਭਾਵੇਂ ਪਿੰਡਾਂ ਤੋਂ ਹੀ ਲੈ ਕੇ ਖਾਈ ਜਾਓ। ਆਪਣਾ ਮੇਨ ਮਕਸਦ ਤਾਂ ਆਪਾਂ ਦਵਾਈ ਖਾਣ ਦਾ ਮਤਲਬ ਇਹੀ ਹੁੰਦਾ ਨਾ ਵੀ ਅਸੀਂ ਤੰਦਰੁਸਤ ਨਹੀਂ ਹੈਗੇ, ਸਾਡੀ ਤੰਦਰੁਸਤੀ ਜਿਹੜੀ ਆ ਦੁਬਾਰਾ ਰਿਕਵਰ ਹੋਵੇ, ਹੈ ਨਾ? ਮੇਨ ਆਪਾਂ ਦੇਖਦੇ ਹਾਂ। ਫਿਰ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਡਾਕਟਰ, ਚਲੋ ਮੈਂ ਨਹੀਂ ਇਹ ਗੱਲ ਕਹਿ ਸਕਦਾ ਕਿਉਂਕਿ ਰੈਕਗਨਾਈਜ਼ ਡਾਕਟਰ ਹੁੰਦੇ, MBBS ਕੀਤੀ ਹੁੰਦੀ ਹੈ, ਇੱਕ ਪ੍ਰੋਫੈਸ਼ਨਲ ਡਿਗਰੀ ਹੈ ਮੈਡੀਸਨ ਦੀ, ਨਾ ਮੈਡੀਸਨ ਦੀ ਡਿਗਰੀ ਆ, ਅਤੇ ਉਹਦੇ ਬਿਹਾਫ 'ਤੇ ਹੀ ਉਹਨਾਂ ਨੂੰ ਅਲਾਓ ਹੁੰਦਾ ਗੌਰਮੈਂਟ ਵੱਲੋਂ ਕਿ ਉਹ ਗੌਰਮੈਂਟ ਜੋਬ ਦੇ ਵਿੱਚ ਜਿਹੜੀ ਆ ਸਰਕਾਰੀ ਹਸਪੀਟਲ ਦੇ ਵਿੱਚ ਬੈਠ ਕੇ ਦਵਾਈ ਦੇ ਸਕਦੇ ਆ। ਸੋ ਉਹਨਾਂ ਨੇ ਤੁਹਾਨੂੰ ਰეკਮੈਂਡ ਨਹੀਂ ਕੀਤਾ ਜੀ ਕੋਈ ਟੈਸਟ ਵਗੈਰਾ ਜਿਹੜੇ ਤੁਸੀਂ ਕਰਵਾਏ ਹੋਣ? ਨਹੀਂ, ਟੈਸਟ ਵਗੈਰਾ ਵੀ ਕਰਵਾਏ ਨੇ,
ਟੈਸਟ ਵਗੈਰਾ ਸਕੈਨਿੰਗ ਵਗੈਰਾ ਆਪਾਂ ਕਰਵਾਉਂਦੇ ਰਹੇ ਟਾਈਮ ਟੂ ਟਾਈਮ, ਕਿਉਂਕਿ ਜੋ ਮੈਡੀਸਿਨ ਚੱਲਦੀ ਸੀ ਉਹ ਰਿਕਮੈਂਡ ਕਰਦੇ ਸੀ ਕਿ ਟੈਸਟ ਵਗੈਰਾ ਕਰਵਾ ਕੇ ਦੱਸੋ। ਚਲੋ ਹਾਂ, ਕੁਛ ਟਾਈਮ ਵਾਸਤੇ ਰਮਾਨ ਸੀ, ਆਉਂਦਾ ਵੀ ਸੀ, ਬਟ ਉਹ ਫਿਰ ਉਹੀ ਹਾਲਤ ਬਣ ਜਾਂਦੀ ਸੀ ਕਿਉਂਕਿ ਉਹ ਦਿੱਕਤ ਦਿਨੋਂ ਦਿਨ ਵੱਧ ਰਹੀ ਸੀ। ਹਾਂਜੀ ਤੇ ਉਹ ਹੌਲੀ ਹੌਲੀ ਵੱਧਦੀ ਸੀ। ਹਾਂਜੀ ਤਾਂ ਜਿਵੇਂ ਸਾਡੇ ਹੁਣ ਆਪਾਂ ਮੀਡੀਓਕਰ ਫੈਮਲੀਆਂ ਤੋਂ ਸਾਰੇ ਬਿਲੋਂਗ ਕਰਦੇ ਹਾਂ, ਤੇ ਸਾਡੇ ਘਰਾਂ ਦੇ ਵਿੱਚ ਹਰ ਇੱਕ ਸਾਡੇ ਘਰ ਦੇ ਵਿੱਚ ਬੀਬੀਆਂ ਦੇ ਲਿੰਕ ਦੇ ਵਿੱਚ ਇੱਕ ਦੂਰ ਨੇੜੇ ਦੇ 2-3 ਤਾਂ ਸਿਆਣੇ ਹੁੰਦੇ ਆ ਵੀ ਫਲਾਣਾ ਪੁੱਛਣਾ ਦਿੰਦਾ ਜੀ, ਉਹ ਜਰੈਦ ਕੱਢਦਾ, ਤੇ 3-4 ਡਾਕਟਰ ਹੁੰਦੇ ਆ ਹੈ ਨਾ, 2-3 ਹੱਡੀਆਂ ਵਾਲੇ ਹੁੰਦੇ, 3-4 ਉਹ ਹੁੰਦੇ ਆ ਵੀ ਜਿਹੜੇ ਆਯੁਰਵੈਦਿਕ ਵੈਦ ਹੁੰਦੇ ਆ ਕਹਿ ਸਕਦੇ ਹੈ ਨਾ। ਤੇ ਵੈਦਾਂ ਬੂਦਾਂ ਨਾਲ ਨਹੀਂ ਕਿਹੜਾ ਲੱਗਾ ਫਿਰ, ਜੇ ਉਹਨਾਂ ਤੋਂ ਲਾਮ ਕੋਈ ਹੈ ਨਾ, ਕੋਈ ਫੱਕੀ ਮਾਰ ਕੇ ਕੋਈ ਇੱਦਾਂ ਦੀ, ਤੇ ਉਹਦੇ ਨਾਲ ਉਹ ਚੀਜ਼ ਬਣ ਜੇ, ਗੈਸ ਗੂਸ ਠੀਕ ਹੋ ਜੇ, ਉਹ ਨਹੀਂ ਦੇਖਿਆ ਤੁਸੀਂ ਵੈਦ ਕੋਈ? ਨਹੀਂ, ਚਲੋ ਜਦੋਂ ਇਹ ਚੀਜ਼ ਦੇ ਨਾਲ ਮਤਲਬ ਐਲੋਪੈਥੀ ਤੋਂ ਨਹੀਂ ਰਮਾਨ ਆ ਰਿਹਾ ਸੀ, ਫਿਰ ਵਿੱਚ ਤੋਂ 1-2 ਵਾਰੀ ਗਏ ਵੀ ਸੀ ਆਪਾਂ। ਚਲੋ ਉਹ ਵੀ ਇਸੇ ਤਰ੍ਹਾਂ ਕਿ ਚਲੋ ਉਹਦੇ ਨਾਲ ਵੀ ਥੋੜਾ ਫਰਕ ਸੀ, ਬਟ ਉਹਨਾਂ ਪ੍ਰੋਪਰ ਨਹੀਂ ਜਿੰਨਾ ਚਾਹੀਦਾ ਸੀ। ਤੇ ਫਿਰ ਉਹ ਇੱਕ ਚੀਜ਼ ਤੋਂ ਥੱਕ ਹਾਰ ਕੇ ਬੰਦਾ ਬੈਠ ਜਾਂਦਾ ਹੈ ਕਿ ਚਲੋ ਹੋ ਸਕਦਾ ਕਿ ਚਲੋ ਠੀਕ ਹੋ ਜੇ, ਕਿ ਥੋੜਾ ਵੱਡਾ ਹੋਏਗਾ ਸ਼ਾਇਦ ਬਾਡੀ ਆਪਣੇ ਆਪ ਰਿਕਵਰ ਕਰੇ, ਥੋੜਾ ਠੀਕ ਹੋ ਜੇ, ਤੇ ਉਹ ਚੀਜ਼ ਨੂੰ ਕੰਟੀਨਿਊ ਕਰਦੇ ਗਏ ਆਪਾਂ। ਇਹ ਫਿਰ ਜਿਹੜੀ ਬਿਮਾਰੀ ਨਾਲ ਤੁਹਾਡੀ ਯਾਤਰਾ ਸੀ ਇਨ ਬਿਟਵੀਨ, ਇਹ 8-9 ਸਾਲ ਦੀ ਹੋ ਗਈ ਹੈ ਨਾ, ਤੇ ਇਹਦੇ ਇਨ ਬਿਟਵੀਨ ਅੰਦਾਜ਼ਾ ਕਿੰਨੇ ਕੁ ਪੈਸੇ ਜਿਹੜੇ ਆ ਤੁਸੀਂ ਸਮਝਦੇ ਆ ਵੀ ਮੈਂ ਖਰਾਬ ਹੋਈ ਕਹਿ ਸਕਦਾ, ਕਿਉਂਕਿ ਬਿਮਾਰੀ ਤਾਂ ਠੀਕ ਹੋਈ ਨਹੀਂ, ਕਿੰਨੇ ਕੁ ਪੈਸੇ ਜਿਹੜੇ ਲੱਗ ਗਏ ਸੀ ਘਰ ਦੇ? ਪੈਸੇ ਨਾਰਮਲੀ ਲਾ ਲਓ, ਜੇ ਕਿਤੇ ਮੈਡੀਕਲ ਸਟੋਰ ਤੇ ਚੱਲਦੇ ਆਪਾਂ ਤੇ 100-150 ਰੁਪਈਆ ਇੱਕ ਜਿਹੜੇ ਟਾਈਮ ਤੇ ਜਾਂਦੇ ਹਨਾ, ਤੇ ਇਸ ਤੋਂ ਘੱਟ ਤੇ ਲੱਗਦੇ ਨਹੀਂ, ਕਿਉਂਕਿ 1-2 ਸਿਰਪ ਨਾਲ ਟੈਬਲੇਟਸ ਇਹ ਰੈਗੂਲਰ ਚੱਲਦਾ ਸੀ। ਤੇ ਫਿਰ ਜਿੰਨਾ ਟਾਈਮ ਉਹ ਚੱਲਦਾ ਸੀ ਫਿਰ ਦੁਬਾਰਾ ਰਿਪੀਟ। ਜੇ ਹਸਪੀਟਲ 'ਤੇ ਜਾਈਏ ਤਾਂ ਉੱਥੇ ਵੀ ਇੱਦਾਂ ਹੀ ਹੈ ਕਿ ਮੈਡੀਸਨ ਚਲਾ ਲਓ, ਪੈਸੇ ਲੱਗ ਗਏ ਐਸਟੀਮੇਟ, ਕਿਉਂਕਿ ਮੈਂ ਕਾਫੀ ਟਾਈਮ ਤੋਂ ਇਹ ਦਿੱਕਤ ਵਿੱਚ ਰਿਹਾ, ਤੇ ਮੈਂ ਕੁਝ ਮਤਲਬ ਦਿਮਾਗ 'ਚ ਨਹੀਂ ਹੈਗੇ ਕਿੰਨੇ ਲੱਗੇ ਹੋਣਗੇ ਕਿੰਨੇ ਨਹੀਂ। ਹਾਂਜੀ, ਕਿਉਂਕਿ ਛੋਟੇ ਅਮਾਉਂਟ 'ਚ ਪੈਸੇ ਲੱਗਦੇ ਸੀ ਪਰ ਕੰਟੀਨਿਊਟੀ 'ਚ ਲੱਗਦੇ ਰਹੇ। ਆਪਾਂ ਇਹਨਾਂ ਨੂੰ ਗਿਣਦੇ ਨਹੀਂ ਐਕਚੁਅਲੀ, ਇਹਨਾਂ ਪੈਸਿਆਂ ਨੂੰ ਗਿਣਦੇ ਨਹੀਂ, ਪਰ ਪੈਸੇ ਹੋ ਬਹੁਤ ਜਾਂਦੇ ਆ ਐਟ ਦਾ ਐਂਡ। ਤੇ ਸਭ ਤੋਂ ਵੱਡੀ ਮੇਨ ਇਹ ਹੀ ਆ ਵੀ ਅਸੀਂ ਉਹ ਦਵਾਈਆਂ ਖਾਧੀਆਂ ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤਾ। ਪਰ ਕੀ ਹੁੰਦਾ ਹੈ ਕਿ ਜਿਹੜੀਆਂ ਐਲੋਪੈਥੀ ਦਵਾਈਆਂ ਨੇ, ਮੈਂ ਤਾਂ ਚਲੋ ਡਾਕਟਰ ਨਹੀਂ ਹੈਗਾ, ਪਰ ਮੈਂ ਸੁਣੀਆਂ ਡਾਕਟਰਾਂ ਦੇ ਖੁਦ ਜ਼ਬਾਨੀ ਜਿਹੜੇ ਐਲੋਪੈਥੀ ਦਵਾਈ ਦਿੰਦੇ ਆ ਕਿ ਇਹਨਾਂ ਦੇ ਸਾਈਡ ਇਫੈਕਟ ਜਿਹੜੇ ਆ, ਉਹ ਜਿਹੜੀ ਬਿਮਾਰੀ ਥੋੜੀ ਠੀਕ ਹੋ ਗਈ ਵੈਲ ਐਂਡ ਗੁੱਡ ਆ, ਨਹੀਂ ਹੋਈ ਪਰ ਉਹਦੇ ਸਾਈਡ ਇਫੈਕਟ ਦੇ ਨਾਲ 1-2 ਬਿਮਾਰੀਆਂ ਹੋਰ ਪੈਦਾ ਹੁੰਦੀਆਂ। ਉਹ ਦਵਾਈਆਂ ਖਾਣ ਦੇ ਨਾਲ ਕੁਛ ਇਦਾਂ ਦਾ ਸੀਨ ਹੋਇਆ ਕਿ ਤੁਹਾਨੂੰ ਲੱਗਾ ਕਿ ਕੋਈ ਹੋਰ ਬਿਮਾਰੀ ਤੁਹਾਡੇ ਬੋਡੀ ਦੇ ਵਿੱਚ ਜਿਹੜੀ ਪਣਪਣੀ ਸ਼ੁਰੂ ਹੋ ਗਈ? ਉਹਦੇ ਨਾਲ ਇਸ ਤਰ੍ਹਾਂ ਕਿ ਜੋ ਐਲੋਪੈਥੀ ਜ਼ਿਆਦਾ ਇਨਟੇਕ ਕਰੀਦੀ ਹੈ ਲੀਵਰ 'ਤੇ ਸਾਈਡ ਇਫੈਕਟ ਪੈਂਦਾ। ਤਾਂ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਕਿ ਲੀਵਰ ਠੀਕ ਹੋਣ ਨਾਲੋਂ ਜ਼ਿਆਦਾ ਦਿੱਕਤ ਦੇ ਵਿੱਚ ਆ ਗਿਆ ਸੀ। ਨਾਰਮਲੀ ਪਹਿਲਾਂ ਐਸਿਡਿਟੀ, ਫਿਰ ਹੌਲੀ ਇਨਡਾਈਜੈਸ਼ਨ, ਠੀਕ ਹੈ ਜੀ, ਇੱਦਾਂ ਦੀ ਦਿੱਕਤਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈ। ਠੀਕ ਹੈ, ਤੇ ਇਹ ਫਿਰ ਜਦੋਂ ਹੈ ਨਾ ਇੱਕ ਪੀਕ ਪੁਆਇੰਟ 'ਤੇ ਚਲੇ ਜਾਂਦਾ ਬੰਦਾ ਫੈਡ ਅਪ, ਪਰੇਸ਼ਾਨ ਹੋ ਜਾਂਦਾ ਕਿ ਮੈਂ ਹੈ ਨਾ ਵੀ ਜਦੋਂ ਮੈਂ ਠੀਕ ਹੀ ਨਹੀਂ ਹੋ ਰਿਹਾ, ਪਤਾ ਨਹੀਂ ਮੈਂ ਠੀਕ ਹੀ ਨਹੀਂ ਹੋਣਾ, ਇੱਕ ਨੈਗੇਟਿਵਿਟੀ ਆ ਜਾਂਦੀ ਆ। ਫਿਰ ਉਦੋਂ ਤੁਹਾਨੂੰ ਇੱਦਾਂ ਕਿਵੇਂ ਕੋਈ ਪੋਜ਼ਿਟਿਵਿਟੀ ਵਾਲਾ ਰਾਹ ਲੱਭਾ ਕਿ ਤੁਸੀਂ ਫਿਰ ਮੋਗੇ ਆਏ ਜਾਂ ਇੱਥੇ ਹੈ ਨਾ, ਕੋਈ ਐਵੇਂ ਦਾ ਸਬੱਬ ਕਿਹੜਾ ਬਣਿਆ ਜੀ ਤੁਹਾਡਾ? ਹਾਂਜੀ, ਨਾਰਮਲੀ ਜਦੋਂ ਫਿਰ ਮੈਂ ਠੀਕ ਨਹੀਂ ਸੀ ਹੋਇਆ ਜਾਂ ਇਹ ਚੀਜ਼ ਨਾਲ ਕੰਟੀਨਿਊ ਚੱਲਦਾ ਹੈਗਾ, ਫਿਰ ਇੱਕ ਮੈਸੇਜ ਮੈਨੂੰ ਮਿਲਿਆ, ਠੀਕ ਹੈ ਜੀ, ਇੱਥੋਂ ਦੇ ਵੈਲਬੀਂਗ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਬਾਰੇ, ਡਾਕਟਰ ਵਰਿੰਦਰ ਸਿੰਘ ਜੀ ਭੁੱਲਰ ਬਾਰੇ। ਫਿਰ ਜਦੋਂ ਇੱਥੇ ਆ ਕੇ ਇਹਨਾਂ ਨੂੰ ਮਿਲਿਆ, ਸਟਾਰਟਿੰਗ 'ਚ ਤੇ ਇਹ ਚੀਜ਼ ਸਮਝਣ 'ਚ ਨਹੀਂ ਆਉਂਦੀ, ਕਿਉਂਕਿ ਨਾਰਮਲੀ ਆਪਾਂ ਇੱਦਾਂ ਦੀ ਸੁਸਾਇਟੀ ਤੋਂ ਬਿਲੋਂਗ ਕਰਦੇ ਹਾਂ ਕਿ ਉਹ ਨੈਚੁਰਲੀ ਜਾਂ ਲਾ ਲਓ, ਚਲੋ ਅੱਜ ਕੱਲ੍ਹ ਤਾਂ ਬਹੁਤ ਇਹ ਚੀਜ਼ ਨੂੰ ਸਮਝ ਰਹੇ ਆ, ਪਰ ਜਿਸ ਟਾਈਮ ਤੋਂ ਮੈਂ ਚੱਲਿਆ ਸੀ ਇਹ ਚੀਜ਼ ਦੇ ਵਿੱਚ, ਉਦੋਂ ਇਹਨਾਂ ਚੀਜ਼ਾਂ ਨੂੰ ਕੁਝ ਖਾਸ ਨਹੀਂ ਸੀ ਮੰਨਿਆ ਜਾਂਦਾ ਕਿ ਜੇ ਤੁਲਸੀ ਦੀ ਡ੍ਰੌਪਸ ਜਾਂ ਇੱਦਾਂ ਹੈ ਨਾ, ਇਹਨਾਂ ਚੀਜ਼ਾਂ ਨੂੰ ਮੈਂ ਵੀ ਅਸਲ 'ਚ ਮੈਂ ਗੱਲ ਦੱਸਦਾ, ਮੈਂ ਖੁਦ ਇਹ ਚੀਜ਼ ਨੂੰ ਅਸੈਪਟ ਨਹੀਂ ਸੀ ਕਰ ਪਾਇਆ ਕਿ ਹਾਂ ਮੈਂ ਠੀਕ ਹੋ ਪਾਊਂਗਾ ਕਿ ਨਹੀਂ। ਬਟ ਇੱਕ ਵਿਸ਼ਵਾਸ ਚਲੋ ਸੀ ਕਿ ਜੇ ਡਾਕਟਰ ਸਾਹਿਬ ਨੇ ਕਿਹਾ ਹੈ ਸ਼ਾਇਦ ਆਪਾਂ ਦੇਖ ਲਈਏ, ਚੈੱਕ ਕਰਕੇ ਦੇਖ ਲਈਏ, ਤਾਂ ਉਹਨੂੰ ਕੰਟੀਨਿਊ ਕੀਤਾ। ਸਟਾਰਟਿੰਗ 'ਚ ਹੁੰਦਾ ਹੈ ਕਿ ਸਟਾਰਟਿੰਗ 'ਚ ਇਸ ਚੀਜ਼ ਨਾਲ ਹੁੰਦਾ ਹੈ ਕਿ ਥੋੜਾ ਬਾਡੀ ਦੀ ਡਿਟੌਕਸੀਫਿਕੇਸ਼ਨ ਹੁੰਦੀ ਹੈ, ਬਾਡੀ ਦੀ ਡਿਟੌਕਸੀਫਿਕੇਸ਼ਨ ਹੋਈ ਉਦੋਂ ਬੰਦਾ ਡਰ ਜਾਂਦਾ ਹੈ ਕਿ ਸ਼ਾਇਦ ਮੈਂ ਤਾਂ ਠੀਕ ਹੋਣ ਵਾਸਤੇ ਲਈ ਹੈ, ਬਟ ਇਹ ਤਾਂ ਡਿਟੌਕਸੀਫਿਕੇਸ਼ਨ ਦੇ ਮਾਧਿਅਮ ਰਾਹੀਂ ਥੋੜੀ ਦਿੱਕਤ ਵੀ ਆ ਜਾਂਦੀ ਕਈ ਵਾਰ ਬਾਡੀ ਨੂੰ। ਤਾਂ ਜਦੋਂ ਫਿਰ 1 ਮੰਥ ਹੋਇਆ, 30 ਤੋਂ 45 ਦਿਨ ਹੋਏ, ਫਿਰ ਥੋੜ੍ਹੀ ਜਿਹੀ ਬਾਡੀ ਨੂੰ ਲੱਗਿਆ ਕਿ ਹਾਂ ਸਟੇਬਲ ਅੱਗੇ ਨਾਲੋਂ ਰਾਹਤ ਹੈ, ਬਾਡੀ ਹਲਕੀ ਮਹਿਸੂਸ ਲੱਗ ਰਹੀ ਹੈ। ਤੁਸੀਂ ਜਦੋਂ ਆਏ, ਮੈਂ ਉਹ ਪੁੱਛ ਰਿਹਾ, ਉਹ ਥ੍ਰੈਡਿੰਗ ਕੀ ਸੀ? ਕਿਹੜੇ ਸ਼ਖਸ ਨੇ ਤੁਹਾਨੂੰ ਦੱਸਿਆ ਵੀ ਇੱਦਾਂ ਨੈਚੁਰਲ ਤਰੀਕੇ ਦੇ ਨਾਲ ਠੀਕ ਹੋਇਆ ਜਾ ਸਕਦਾ ਹੈ? ਤੁਹਾਡਾ ਰਿਐਕਸ਼ਨ ਕੀ ਸੀ ਉਦੋਂ
ਵੀ ਅੱਛਾ ਆਹ ਚੀਜ਼ਾਂ ਨਾਲ ਵੀ ਠੀਕ ਹੋਇਆ ਜਾ ਸਕਦਾ, ਜਾਂ ਇਹ ਸਹੀ ਆ, ਜਾਂ ਤੁਸੀਂ ਉਹਨਾਂ 'ਤੇ ਕਿੰਤੂ ਪਰੰਤੂ ਕੀਤਾ ਵੀ ਨਹੀਂ ਨਹੀਂ ਇਹ ਤਾਂ ਨਹੀਂ ਹੋ ਸਕਦਾ, ਜਾਂ ਕੀ ਰਿਐਕਸ਼ਨ ਸੀ? ਉਸ ਤੋਂ ਬਾਅਦ ਫਿਰ ਤੁਹਾਡਾ ਇੱਥੇ ਜਦੋਂ ਤੁਸੀਂ ਮੋਗੇ ਆਏ, ਡਾਕਟਰ ਸਾਹਿਬ ਨਾਲ ਜਿਹੜੀ ਪਹਿਲੀ ਮੁਲਾਕਾਤ ਹੋਈ ਆ, ਉਹ ਵਾਰਤਾਲਾਪ ਕੀ ਸੀ, ਜਾਂ ਉਹਦੇ ਵਿੱਚ ਤੁਹਾਨੂੰ ਕੀ ਪੋਜ਼ਿਟਿਵਿਟੀ ਲੱਗੀ, ਜਾਂ ਤੁਹਾਨੂੰ ਕੈਬਨ ਤੋਂ ਬਾਹਰ ਆ ਕੇ ਤੁਹਾਡਾ ਹਾਸਾ ਨਿਕਲਿਆ ਵੀ ਐਂ ਕਿੱਦਾਂ ਹੋ ਸਕਦਾ, ਕੀ ਲੱਗਾ? ਨਹੀਂ, ਉਹੀ ਮੈਂ ਦੱਸ ਰਿਹਾ ਕਿ ਜਦੋਂ ਫਸਟ ਟਾਈਮ ਡਾਕਟਰ ਸਾਹਿਬ ਦੀ ਗੱਲਬਾਤ ਸੁਣੀ ਤੋ ਉਸ ਤੋਂ ਲੱਗਾ ਕਿ ਚਲੋ ਜੇ ਕਹਿ ਰਹੇ ਨੇ ਹੋ ਸਕਦਾ ਹੈ, ਬਟ ਇੱਕ ਮਨ ਦੇ ਵਿੱਚ ਇੱਕ ਕੋਨੇ 'ਚ ਇਹ ਵੀ ਸੀ ਕਿ ਯਾਰ ਇਹਨਾਂ ਚੀਜ਼ਾਂ ਨੂੰ ਕੁਝ ਫਾਇਦਾ ਨਹੀਂ ਹੁੰਦਾ। 9 ਸਾਲ ਦੀ ਏਜ ਦੇ ਵਿੱਚ ਜਿੰਨੇ ਮਤਲਬ ਪਿੰਡਾਂ ਦੇ ਵਿੱਚ ਗੋਲੀਆਂ ਦਿੰਦੇ 8-8 9-9 10-10 ਗੋਲੀਆਂ ਪੁੜੀਆਂ ਬਣਾ ਕੇ, ਤੇ ਬੰਦਾ ਹੈਰਾਨ ਜਾ ਨਹੀਂ ਹੁੰਦਾ ਵੀ ਇੰਨੀਆਂ ਗੋਲੀਆਂ ਖਾਣ ਦੇ ਨਾਲ ਅੱਛਾ ਐਂ ਕਿਵੇਂ ਠੀਕ ਹੋ ਜਾਊਗਾ ਨਾ। ਉਹ ਨੈਚੁਰਲੀ ਗੱਲ ਆ ਵੀ ਉਹ ਬੰਦੇ ਨੂੰ ਖੁਦ ਵੀ ਫੀਲ ਹੁੰਦਾ ਵੀ ਨਹੀਂ ਐਂ ਕਿਵੇਂ ਹੋ ਸਕਦਾ। ਸੋ ਮੈਨੂੰ ਇਹ ਦੱਸੋ ਕਿ ਜਦੋਂ ਫਿਰ ਪਹਿਲੀ ਜਿਹੜੀ ਤੁਹਾਡੀ ਮੁਲਾਕਾਤ ਹੋਈ ਡਾਕਟਰ ਸਾਹਿਬ ਦੇ ਨਾਲ, ਤੁਹਾਡੀਆਂ ਰਿਪੋਰਟਾਂ ਵਗੈਰਾ ਦੇਖੀਆਂ ਉਹਨਾਂ ਨੇ, ਚੈੱਕ ਕਰਵਾਈਆਂ ਜਾਂ ਟੈਸਟ ਲਿਖ ਕੇ ਦਿੱਤਾ ਕੋਈ? ਰਿਪੋਰਟਾਂ ਵਗੈਰਾ ਤੇ ਚਲੋ ਨਹੀਂ, ਪਲਸ ਡਾਇਗਨੋਜ਼ ਹੋਇਆ ਸੀ, ਪਲਸ ਡਾਇਗਨੋਜ਼ ਹੋਇਆ ਸੀ ਕੁਛ। ਮੈਂ ਚਲੋ ਵੈਸੇ ਦੱਸਣ ਦੀ ਲੋੜ ਤਾਂ ਨਹੀਂ ਪੈਂਦੀ ਉਹਨਾਂ ਨੂੰ, ਪਲਸ ਤੋਂ ਪਤਾ ਲੱਗ ਜਾਂਦਾ। ਅਤੇ ਵੈਸੇ ਵੀ ਮੈਂ ਜਦੋਂ ਸਾਹਮਣੇ ਬੈਠਾ ਵੈਸੇ ਵੀ ਦੱਸਿਆ ਸੀ ਕਿ ਆਹ ਦਿੱਕਤ ਹੈ, ਉਹ ਕਹਿੰਦੇ ਪਲਸ ਡਾਇਗਨੋਜ਼ ਕੀਤੀ। ਉਸ ਤੋਂ ਦੇਖ ਕੇ ਉਹਨਾਂ ਨੇ ਫਸਟ ਡੋਜ਼ ਮੇਰੀ ਰਿਪੋਰਟ 'ਤੇ ਲਿਖ ਕੇ ਦਿੱਤੀ, ਅਤੇ ਉਹਨੂੰ ਫਿਰ ਮੈਂ ਕੰਟੀਨਿਊ ਕੀਤਾ। ਕੰਟੀਨਿਊ ਕਰਕੇ ਚਲੋ ਦਿੱਕਤ ਆਈ ਸਟਾਰਟਿੰਗ 'ਚ, ਡਿਟੌਕਸੀਫਿਕੇਸ਼ਨ ਹੁੰਦੀ ਹੈ, ਥੋੜ੍ਹਾ 1-2 ਦਿਨ ਬਾਥਰੂਮ ਵੱਧ ਜਾਣਾ ਪੈ ਸਕਦਾ। ਤੋ ਉਹ ਚੀਜ਼ ਨੂੰ ਵੀ ਚਲੋ ਕਿ ਚੱਲ ਡਾਕਟਰ ਸਾਹਿਬ ਨੇ ਕਿਹਾ ਹੈ ਇਹਨੂੰ ਕੰਟੀਨਿਊ ਕਰਦੇ ਆ, ਫਿਰ ਕੰਟੀਨਿਊ ਕੀਤਾ। ਫਿਰ ਹੌਲੀ ਹੌਲੀ 30 ਤੋਂ 45 ਦਿਨ ਦੇ ਵਿੱਚ ਥੋੜ੍ਹੀ ਬੋਡੀ ਸਟੇਬਲ ਲੱਗੀ। ਸਟੇਬਲ ਲੱਗਣ ਤੋਂ ਬਾਅਦ ਫਿਰ ਉਹਨੂੰ ਕੰਟੀਨਿਊ ਕੀਤਾ ਆਪਾਂ ਮੈਡੀਸਨ। ਜਿਹੜਾ ਤੁਹਾਨੂੰ ਪਹਿਲੀ ਜਿਹੜੀ ਉਹਨਾਂ ਨੇ ਦਵਾਈ ਮੈਡੀਸਨ ਦਿੱਤੀ ਹੈ ਨਾ, ਹੈ ਨਾ, ਉਹ ਮੈਨੂੰ ਨਹੀਂ ਪਤਾ ਵੀ ਕਿਹੜੀ ਫਾਰਮ 'ਚ ਦਿੱਤੀ ਉਹਨਾਂ ਨੇ, ਲਿਕੁਇਡ ਫਾਰਮ 'ਚ ਜਾਂ ਗੋਲੀਆਂ ਹੋਣਗੀਆਂ, ਉਹ ਕਿੰਨੇ ਟਾਈਮ ਦੀ ਸੀ? 15 ਦਿਨ ਦੀ, 20 ਦਿਨ ਦੀ, ਮਹੀਨੇ ਦੀ? ਨਹੀਂ, 15 ਦਿਨ ਦੀ ਡੋਜ਼ ਦਿੱਤੀ ਸੀ। 15 ਦਿਨਾਂ ਬਾਅਦ ਤੁਹਾਡੀ ਬੋਡੀ 'ਚ ਕੀ ਰਿਐਕਸ਼ਨ ਸੀ? ਤੁਹਾਨੂੰ ਲੱਗਾ ਕਿ ਇਹਦਾ ਫਾਇਦਾ ਹੋ ਰਿਹਾ, ਜਾਂ ਤੁਹਾਨੂੰ ਲੱਗਾ ਕਿ ਨਹੀਂ ਕੁਝ ਫਾਇਦਾ ਹੀ ਨਹੀਂ ਹੋਇਆ, ਹੁਣ ਕੀ ਕਰੀਏ, ਹੈ ਨਾ, ਦੂਰੀ ਲੈਣ ਜਾਈਏ ਕਿ ਨਾ ਜਾਈਏ? ਕੀ ਸਟੇਟਸ ਸੀ ਬੋਡੀ ਦਾ? ਬੋਡੀ ਦੀ ਕਿਉਂਕਿ ਦੱਸਿਆ ਗਿਆ ਸੀ ਪਹਿਲਾਂ ਹੀ ਕਿ ਇਹਨਾਂ ਹੋ ਸਕਦਾ ਕਿ ਤੁਹਾਡੀ 10 ਕੁ ਦਿਨ ਡਿਟੌਕਸੀਫਿਕੇਸ਼ਨ ਹੋਵੇ ਬੋਡੀ ਦੀ। ਉਸੇ ਤਰ੍ਹਾਂ ਹੀ ਹੋਇਆ, ਜਿਸ ਤਰ੍ਹਾਂ ਦੱਸਿਆ ਗਿਆ ਸੀ ਉਸੇ ਤਰ੍ਹਾਂ ਹੀ ਹੋਇਆ। ਅਤੇ ਫਿਰ ਉਹ ਚੀਜ਼ ਨੂੰ ਮੈਂ ਸੋਚਿਆ ਕਿ ਜੇ ਜਿਸ ਤਰ੍ਹਾਂ ਦੱਸ ਰਹੇ ਨੇ, ਜੇ ਉਸੇ ਤਰ੍ਹਾਂ ਬੋਡੀ 'ਤੇ ਵਰਕ ਹੋ ਰਿਹਾ ਤਾਂ ਮੰਨ ਲਓ ਕੋਈ ਨਾ ਕੋਈ ਕੰਮ ਹੋ ਰਿਹਾ ਬੋਡੀ 'ਤੇ। ਠੀਕ ਹੈ, ਜਿਵੇਂ ਹੁਣ ਸਾਡੇ ਨਾ ਕਈ ਕਮੈਂਟ ਆਉਂਦੇ ਆ ਜੀ, ਉਹ ਕਹਿੰਦੇ ਨੇ ਵੀ ਅਸੀਂ ਤਾਂ 20 ਦਿਨ ਦਵਾਈ ਖਾਧੀ, ਸਾਨੂੰ ਤਾਂ ਫਰਕ ਹੀ ਨਹੀਂ ਪਿਆ। ਤਾਂ ਇੱਕ ਕੁਐਸਚਨ ਮਾਰਕ ਆ ਡਾਕਟਰ ਸਾਹਿਬ 'ਤੇ ਵੀ, ਅਤੇ ਅਸੀਂ ਇੱਕ ਮਾਧਿਅਮ ਆ, ਅਸੀਂ ਲੋਕਾਂ ਵਾਲੀ ਸਾਈਡ 'ਤੇ ਖੜ੍ਹ ਕੇ ਡਾਕਟਰ ਸਾਹਿਬ ਨੂੰ ਕੁਐਸਚਨ ਕਰਾਂਗੇ ਕਿ ਫਰਕ ਕਿਉਂ ਨਹੀਂ ਪਿਆ ਜਾਂ ਕੀ ਕਾਰਨ ਆ, ਹੈ ਨਾ। ਤੁਸੀਂ ਕਹਿ ਰਹੇ ਹੋ ਕਿ 15 ਦਿਨਾਂ ਬਾਅਦ ਤੁਹਾਨੂੰ ਡਿਟੌਕਸੀਫਿਕੇਸ਼ਨ ਹੋਈ, ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਲੱਗਾ ਜਾਂ ਕੀ ਫੀਲ ਹੋਇਆ? ਤੁਹਾਨੂੰ ਲੱਗਦਾ ਕਿ ਜਿਹੜੀ ਦਵਾਈ ਆ ਉਹ 20 ਦਿਨਾਂ ਦੇ ਵਿੱਚ ਫਰਕ ਪਾਉਂਦੀ ਆ, ਜਾਂ ਉਹਨੂੰ ਜਿੰਨਾ ਟਾਈਮ ਡਾਕਟਰ ਸਾਹਿਬ ਕਹਿੰਦੇ ਨੇ ਉਹ ਤੋਂ ਬਾਅਦ ਫਰਕ ਪਾਉਂਦੀ ਆ? ਤੁਸੀਂ ਕੀ ਸਮਝਦੇ ਹੋ ਆਪਦੀ ਬੋਡੀ ਦੇ ਮੁਤਾਬਕ? ਤਾਂ ਤੁਸੀਂ ਕੀ ਫੀਲ ਕੀਤਾ? ਹਾਂਜੀ, ਮੈਂ ਸਮਝਦਾ ਕਿ ਮੈਨੂੰ ਦੱਸਿਆ ਗਿਆ ਸੀ ਕਿ ਇਹ ਮੈਡੀਸਨ ਦੇ ਨੇ, ਇਹ ਮੈਡੀਸਨ ਲਓਗੇ, ਸਟਾਰਟ ਕਰੋਗੇ, 10 ਦਿਨ ਲਓਗੇ, 15 ਦਿਨ ਲਓਗੇ, ਸਟਾਰਟਿੰਗ 'ਚ ਪਹਿਲਾਂ ਡਿਟੌਕਸੀਫਿਕੇਸ਼ਨ ਹੋਣੀ ਹੈ। ਡਿਟੌਕਸੀਫਿਕੇਸ਼ਨ ਦਾ ਮਤਲਬ ਕਿ ਜਿੰਨਾ ਵੀ ਅੰਦਰ ਡੈਡ ਟਿਸ਼ੂਜ਼ ਨੇ, ਡੈਡ ਸੈਲਜ਼ ਨੇ ਬੋਡੀ ਦੇ, ਉਹ ਸਾਰੇ ਰਿਮੂਵ ਹੋਣੇ ਹੁੰਦੇ ਨੇ ਬੋਡੀ ਦਾ ਵਾਇਆ ਬਾਥਰੂਮ ਜਾਂ ਵਾਇਆ ਟਾਇਲਟ। ਤੋ ਇਹਦੇ ਨਾਲ ਹੁੰਦਾ ਕਿ ਬਾਕੀ ਡਿਸੀਜ਼ ਟੂ ਡਿਸੀਜ਼ ਵੇਰੀ ਕਰਦਾ। ਹੁਣ ਮੇਰੇ ਲੀਵਰ ਦੀ ਦਿੱਕਤ ਸੀ, ਕਿਉਂਕਿ ਇਹ ਮੰਗਦੀ ਹੀ ਡਿਟੌਕਸੀਫਿਕੇਸ਼ਨ ਹੈ। ਲੀਵਰ ਦੀ ਦਿੱਕਤ ਬਣਦੀ ਹੈ ਇਸ ਤਰ੍ਹਾਂ ਕਿ ਜਦੋਂ ਇਨਡਾਈਜੈਸ਼ਨ ਹੁੰਦੀ ਹੈ, ਪ੍ਰੋਪਰ ਡਾਈਜੈਸਟ ਨਹੀਂ ਹੁੰਦਾ, ਉਹ ਚੀਜ਼ ਨਾਲ ਜਦੋਂ ਅੰਦਰ ਗੰਦਗੀ ਇਕੱਠੀ ਹੁੰਦੀ ਹੈ ਅਤੇ ਉਹਦੀ ਵਜ੍ਹਾ ਕਰਕੇ ਲੀਵਰ ਫੈਟੀ ਦੇ ਵਿੱਚ ਚਲੇ ਜਾਂਦਾ। ਹੁਣ ਡਿਸੀਜ਼ ਟੂ ਡਿਸੀਜ਼ ਵੇਰੀ ਕਰਦੀ ਹੈ ਹਰੇਕ ਚੀਜ਼, ਅਤੇ ਮੰਨਦਾ ਮੈਂ ਕਿ ਨਹੀਂ ਸਟਾਰਟਿੰਗ 'ਚ ਕਈ ਵਾਰ ਐਸੀ ਡਿਸੀਜ਼, ਕਿਉਂਕਿ ਹੁਣ ਇਹ 3 ਤਰ੍ਹਾਂ ਦੀ ਡਿਸੀਜ਼ਸ ਹੁੰਦੀਆਂ, ਅਕਿਊਟ, ਸਬ ਅਕਿਊਟ ਅਤੇ ਕਰੋਨਿਕਲ। ਹੁਣ ਅਕਿਊਟ ਨੂੰ ਤਾਂ ਚਲੋ 20 ਦਿਨਾਂ 'ਚ ਫਰਕ ਆ ਜਾਏਗਾ, ਪਰ ਕਰੋਨਿਕਲ ਪੇਸ਼ੈਂਟ ਨੂੰ ਕਿਸ ਤਰ੍ਹਾਂ ਆ ਗਿਆ, ਕਿਉਂਕਿ ਉਹ ਹਾਂਜੀ ਟਾਈਮ ਲੱਗਦਾ। ਇਹ ਚੀਜ਼ ਮੈਨੂੰ ਵੀ ਕਹੀ ਗਈ ਸੀ, ਭਾਵੇਂ ਮੈਨੂੰ ਫਰਕ 90 ਦਿਨਾਂ 'ਚ ਆਇਆ, ਪਰ ਮੈਨੂੰ ਵੀ ਇਹ ਚੀਜ਼ ਦੱਸੀ ਗਈ ਸੀ ਕਿ 90 ਦਿਨਾਂ 'ਚ ਤੁਹਾਨੂੰ ਹੋ ਸਕਦਾ 20% ਫਰਕ ਆਵੇ, ਹੋ ਸਕਦਾ 50% ਆਵੇ, ਹੋ ਸਕਦਾ 70% ਆਵੇ, ਬਟ ਤੁਸੀਂ ਉਹ ਨਾਲ ਦੀ ਨਾਲ ਸਟੇਟਸ ਦੱਸਦੇ ਰਹਿਣਾ ਹੈ ਬੋਡੀ ਦਾ, ਕਿ ਕਿਸ ਤਰ੍ਹਾਂ ਤੁਹਾਡੀ ਬੋਡੀ ਅੱਜ ਫੀਲ ਕਰ ਰਹੀ ਹੈ, ਕਿਸ ਤਰ੍ਹਾਂ 15 ਦਿਨ ਬਾਅਦ ਕਰ ਰਹੀ। ਕਿਉਂਕਿ ਇੱਥੇ 15 ਦਿਨ ਬਾਅਦ ਆਉਣ ਦਾ ਮਤਲਬ ਇਹ ਹੈ ਕਿ ਡਾਕਟਰ ਸਾਹਿਬ ਨੂੰ ਪ੍ਰੋਪਰ ਦੱਸਣਾ ਹੈ ਕਿ 15 ਦਿਨ ਬਾਅਦ ਹਾਂਜੀ ਹੁਣ ਕੀ ਫੀਲ ਹੋ ਰਿਹਾ, 15 ਦਿਨ ਬਾਅਦ ਕੀ ਫੀਲ ਹੋ ਰਿਹਾ। ਕਿਉਂਕਿ ਨਿਊਟਰਾਸਿਟੀਕਲ ਨੈਚੁਰੋਪੈਥੀ ਦੇ ਵਿੱਚ ਟਰੀਟਮੈਂਟ ਇਸੇ ਤਰ੍ਹਾਂ ਚੱਲਦਾ ਹੈ। ਅਤੇ ਇਹ ਚੀਜ਼ ਨੂੰ ਮੈਂ ਸਟਾਰਟਿੰਗ 'ਚ ਇਹ ਚੀਜ਼ ਨੂੰ ਸੁਣਿਆ ਸੀ ਜ਼ਰੂਰ, ਕਿਉਂਕਿ ਚਲੋ ਇੱਕ ਹੈਲਥ ਦਾ ਮਸਲਾ ਸੀ ਅਤੇ ਬੜਾ ਹੀ ਸਮਝ ਕੇ ਚੱਲਣ ਵਾਲੀ ਗੱਲ ਸੀ, ਕਿਉਂਕਿ ਹੋ ਸਕਦਾ ਸੀ ਕਿ ਇੱਕ ਦਿਨ ਦੇ ਵਿੱਚ ਠੀਕ ਹੋ ਜਾ, ਇੱਕ ਦਿਨ ਦੇ ਵਿੱਚ ਬਿਮਾਰ ਹੋ ਜਾ। ਤੋ ਉਹ ਚੀਜ਼ ਨੂੰ ਮੈਂ ਸੁਣਿਆ ਸੀ ਜ਼ਰੂਰ, ਮੈਨੂੰ ਦੱਸਿਆ ਗਿਆ ਸੀ ਕਿ ਤੁਹਾਡੀ ਪ੍ਰੋਬਲਮ ਮਤਲਬ ਹੋ ਸਕਦਾ 10-15 ਦਿਨ ਤੁਹਾਨੂੰ ਦਿੱਕਤ ਆਵੇ,
ਤੁਸੀਂ ਬਟ ਸਾਨੂੰ ਇਨਕੁਆਇਰੀ ਨੰਬਰ ਤੇ ਫੋਨ ਕਰਕੇ ਦੱਸਦੇ ਰਹਿਣਾ। ਹਾਂਜੀ ਹਾਂਜੀ, ਜਾਂ ਇੱਥੋਂ ਕਾਉਂਸਲਰ ਨੇ, ਹੈਲਥ ਕਾਉਂਸਲਰ ਨੇ, ਉਹਨਾਂ ਨੂੰ ਦੱਸਦੇ ਰਹਿਣਾ ਤੇ ਉਹ ਨਾਲ ਦੀ ਨਾਲ ਹੀ ਆਪਾਂ ਮਤਲਬ ਕੰਡੀਸ਼ਨ ਦੱਸਦੇ ਰਿਹਾ ਤੇ ਉਹ ਜਦੋਂ ਪਤਾ ਲੱਗਦਾ ਰਿਹਾ ਕਾਉਂਸਲਿੰਗ ਹੁੰਦੀ ਰਹੀ ਤੇ ਕਾਉਂਸਲਿੰਗ ਦੇ ਨਾਲ ਹੀ ਹੌਲੀ ਹੌਲੀ ਹੁੰਦਾ ਹੌਸਲਾ ਹੁੰਦਾ ਗਿਆ ਕਿ ਨਹੀਂ ਜੇ ਇਹ ਚੀਜ਼ ਵੀ ਹੋਈ ਹੈ ਤਾਂ ਠੀਕ ਵੀ ਹੋਵਾਂਗੇ। ਮਤਲਬ ਡਾਕਟਰ ਸਾਹਿਬ ਨੇ ਐ ਨਹੀਂ ਪੁੱਛਿਆ ਵੀ ਲੀਵਰ ਤੁਸੀਂ ਖਰਾਬ ਕਰ ਲਿਆ ਤੇ ਕੀ ਚੱਕਰ ਆ ਹੈ, ਐ ਦੂਰੀ ਨਹੀਂ ਪੁੱਛੀ ਉਹਨਾਂ ਡਾਕਟਰ ਸਾਹਿਬ ਨੇ ਵੀ ਤੁਹਾਡੇ ਘਰ ਤੋਂ ਜਿਹੜਾ ਠੇਕਾ ਉਹਦੀ ਕਿੰਨੀ ਦੂਰੀ ਹੈ, ਇਹ ਨਹੀਂ ਪੁੱਛਿਆ ਡਾਕਟਰ ਸਾਹਿਬ ਨੇ? ਨਹੀਂ, ਸ਼ਾਇਦ ਮੇਰੀ ਏਜ ਦਾ ਕਰਕੇ ਨਾ ਪੁੱਛਿਆ ਹੋਵੇ। ਹਾਂਜੀ ਹਾਂਜੀ, ਚਲੋ ਇਹ ਹਾਸੇ ਮਜ਼ਾਕ ਨਾ ਰਹੇਗੀ ਗੱਲ। ਚਲੋ ਫਿਰ ਤੁਸੀਂ 3 ਮਹੀਨੇ ਬਣ ਗਏ ਨਾ, 90 ਦਿਨ ਦਾ ਤੁਸੀਂ ਟਾਈਮ ਪੀਰੀਅਡ ਦੱਸਿਆ ਮੈਨੂੰ। 90 ਦਿਨਾਂ ਬਾਅਦ ਫਿਰ ਤੁਸੀਂ ਕੀ ਫੀਲ ਕੀਤਾ ਕਿ ਤੁਹਾਨੂੰ ਦਵਾਈ ਖਾਣ ਦੀ ਲੋੜ ਆ ਜਾਂ ਪੱਕੀ ਛੱਡਤੀ? 90 ਦਿਨਾਂ ਬਾਅਦ ਬੇਸਿਕ ਪ੍ਰੋਸੈਸ ਹੈ ਜਿਹੜਾ ਕਿ ਪਰਹੇਜ਼ ਦਾ, ਕਿਉਂਕਿ 4 ਪਰਹੇਜ਼ ਦੱਸੇ ਜਾਂਦੇ ਨੇ ਜੋ ਕਿ ਬੜੇ ਜ਼ਰੂਰੀ ਨੇ ਡਾਕਟਰ ਸਾਹਿਬ ਵੱਲੋਂ। ਨਮਕ ਦਾ, ਖੰਡ ਦਾ, ਪਾਣੀ ਤੇ ਤੇਲ ਵਗੈਰਾ, ਇਹ 4 ਪਰਹੇਜ਼ ਨੇ ਕਿ ਚਿੱਟਾ ਨਮਕ ਛੱਡ ਕੇ ਪਾਕਿਸਤਾਨੀ ਨਮਕ ਸ਼ੁਰੂ ਕਰਨਾ, ਖੰਡ ਛੱਡ ਕੇ ਗੁੜ ਸ਼ੱਕਰ ਸ਼ੁਰੂ ਕਰਨਾ, ਤੇਲ ਰਿਫਾਇੰਡ ਵਗੈਰਾ ਛੱਡ ਕੇ ਸਰੋਂ ਦਾ ਤੇਲ ਸ਼ੁਰੂ ਕਰਨਾ ਤੇ ਪਾਣੀ ਜਿਹੜਾ ਵੀ ਲੈਣਾ ਘੜੇ 'ਚ ਪਾ ਕੇ ਲੈਣਾ। ਇਹ ਚੀਜ਼ ਤੇ ਸਰ ਅੱਜ ਤੱਕ ਕੰਟੀਨਿਊ ਚੱਲਦੀ ਰਹੀ ਹੈ ਤੇ ਹੁਣ ਅੱਗੇ ਵੀ ਚੱਲਦੀ ਰਹੇਗੀ ਜਿੰਨਾ ਚਿਰ ਸਾਡੇ ਪਰਿਵਾਰ ਦੇ ਵਿੱਚ, ਜਿੰਨਾ ਚਿਰ ਕਿ ਮਤਲਬ ਸਟਾਰਟ ਕਰਨ ਦੀ ਲੋੜ ਹੁੰਦੀ ਹੈ ਉਹ ਜਿਹੜੀ ਚੀਜ਼ ਫਿਰ ਪਿੱਛੋਂ ਤੁਰੀ ਜਾਵੇ ਉਹ ਚੱਲਦੀ ਰਹਿੰਦੀ ਹੈ, ਮਤਲਬ ਤਾਂ ਉਮਰ ਚੱਲੇਗੀ। ਤੇ ਨਾਲ ਪਰਹੇਜ਼ ਦੱਸੇ ਸੀ ਉਹਨਾਂ ਨੇ, ਕਿਉਂਕਿ ਪਰਹੇਜ਼ ਜ਼ਰੂਰੀ ਨੇ, ਇਲਾਜ ਨਾਲੋਂ ਕਹਿੰਦੇ ਹੁੰਦੇ ਪਰਹੇਜ਼ ਚੰਗਾ, ਤੇ ਉਹ ਪਰਹੇਜ਼ ਕੰਟੀਨਿਊ ਕਿ ਸ਼ਾਮ ਨੂੰ ਵਾਈ ਚੀਜ਼, ਤਲੀ ਚੀਜ਼, ਖੱਟੀ ਚੀਜ਼ ਦਾ ਪਰਹੇਜ਼ ਰੱਖਣਾ। ਤੋ ਨਾਰਮਲੀ ਪਰਹੇਜ਼ ਕਰ ਰਹੇ ਆ, ਮੈਡੀਸਨ ਲੈਣ ਦੀ ਲੋੜ ਨਹੀਂ ਹੁੰਦੀ। ਉਹਦਾ ਕੋਈ ਸਾਈਡ ਇਫੈਕਟ ਲੱਗਾ ਤੁਹਾਨੂੰ? ਨਹੀਂ ਸਰ, ਦੇਖ ਲਓ ਅਸੀਂ ਮੋਟੀ ਖਬਰ ਬਣਾ ਕੇ ਲਾਉਣੀ ਆ। ਨਹੀਂ ਸਰ, ਹੁੰਦਾ ਤੇ ਮੈਂ ਸਗੋਂ ਤੁਹਾਨੂੰ ਖੁਦ ਮੈਂ ਪਹਿਲੀ ਵਾਰ ਹੀ ਕਹਿ ਦੇਣਾ ਸੀ ਕਿ ਨਹੀਂ ਮੈਨੂੰ ਨਹੀਂ ਫਾਇਦਾ, ਬਟ ਉਹ ਨੈਚੁਰਲੀ ਚੀਜ਼ ਹੈ ਤੇ ਫਾਇਦਾ ਹੀ ਕੀਤਾ ਹੈ, ਕੋਈ 0.1% ਦਾ ਵੀ ਨੁਕਸਾਨ ਨਹੀਂ ਹੋਇਆ। ਕੀ ਸਮਝਦੇ ਹੋ ਵੀ ਤੁਸੀਂ ਪ੍ਰੋਪਰ 100% ਤੰਦਰੁਸਤ ਹੋ ਦਿਲ ਤੇ ਹੱਥ ਧਰ ਕੇ, ਵੀ ਜਦੋਂ ਤੁਸੀਂ ਬਿਮਾਰ ਸੀ 9 ਸਾਲਾਂ ਦੀ ਇੱਕ ਬੜੀ ਭਿਆਨਕ ਬਿਮਾਰੀ ਸੀ, ਤੁਸੀਂ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਖਾ ਲਈਆਂ, ਹੁਣ ਸਟਿਲ ਸਟੇਟਸ ਕੀ ਦੱਸਦੇ ਹੋ ਵੀ ਪੂਰੀ ਤੰਦਰੁਸਤ ਹੋ, ਪੂਰੇ ਪ੍ਰੋਪਰ ਲੀਵਰ ਨੂੰ ਲੈ ਕੇ ਕੌਨਫੀਡੈਂਟ ਹੋ? ਹਾਂਜੀ ਸਰ, ਬਿਲਕੁਲ। ਜਿਹੜੇ ਸਾਡੇ ਵੀਰ ਨੇ ਉਹਨਾਂ ਨੇ ਕਈ ਲੀਵਰ ਦੇ ਨਾਲ ਕੁਛ ਛੇੜਖਾਨੀ ਕਰਕੇ ਉਹਨਾਂ ਨੇ ਲੀਵਰ ਖਰਾਬ ਹੋਇਆ ਜਾਂ ਕਈਆਂ ਦਾ ਕੁਦਰਤੀ ਤੌਰ 'ਤੇ ਕੋਈ ਪ੍ਰੋਬਲਮ ਆ ਗਈ ਲੀਵਰ ਨੂੰ ਲੈ ਕੇ, ਕੀ ਉਹ ਡਾਕਟਰ ਸਾਹਿਬ ਤੱਕ ਅਪਰੋਚ ਕਰ ਸਕਦੇ ਨੇ ਜਾਂ ਉਹਨਾਂ ਨੂੰ ਫਾਇਦਾ ਹੈਗਾ, ਰეკਮੈਂਡ ਕਰੋਗੇ? ਹਾਂਜੀ, ਮੈਂ ਜ਼ਰੂਰ ਰਿਕਮੈਂਡ ਕਰੂੰਗਾ ਕਿ ਜਿਹੜੀ ਚੀਜ਼ ਸਰੀਰ 'ਤੇ ਹੰਡਾਈ ਹੋਵੇ, ਇੱਕ ਚੀਜ਼ ਹੁੰਦੀ ਸੁਣੀ ਸੁਣਾਈ। ਹੁਣ ਲਾ ਲਓ ਕੋਈ ਪੇਸ਼ੈਂਟ ਹੈ, ਉਹਨੇ ਸੁਣਿਆ ਸੀ ਬਟ ਮੈਂ ਤੇ ਹੰਡਾਈ ਹੋਈ ਹੈ। ਜਿਹੜੇ ਇਨਸਾਨ ਨੇ ਹੰਡਾਈ ਹੋਏ ਉਹ 100% ਕੀ ਉਹ 200% ਵੀ ਕਹਿ ਸਕਦਾ ਕਿ ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਮਿਲੋ, ਜ਼ਰੂਰ ਹੱਲ ਹੁੰਦਾ ਹੈ। ਲੀਵਰ ਦੀ ਹਰੇਕ ਦਿੱਕਤ ਦਾ ਹੱਲ ਹੁੰਦਾ ਹੈ। ਕਈ ਮੇਰੇ ਵਰਗੇ ਵੀਰ ਜਾਂ ਭੈਣਾਂ ਜਾਂ ਬਜ਼ੁਰਗ ਇਹ ਚੀਜ਼ ਨੂੰ ਲੈ ਕੇ ਥੋੜ੍ਹਾ ਮਾਈਂਡ 'ਤੇ ਸਟਰੈਸ ਪਾਇਆ ਹੈ ਕਿ ਸ਼ਾਇਦ ਲੀਵਰ ਦੀ ਦਿੱਕਤ ਠੀਕ ਨਹੀਂ ਹੋ ਸਕਦੀ, ਬਟ ਹੋ ਸਕਦੀ ਹੈ। ਬਟ ਇੱਕ ਚੰਗੇ ਕਾਉਂਸਲਰ, ਇੱਕ ਚੰਗੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਅਤੇ ਮੈਂ ਜ਼ਰੂਰ ਚਾਹਾਂਗਾ ਤੁਸੀਂ ਡਾਕਟਰ ਵਰਿੰਦਰ ਸਿੰਘ ਜੀ ਭੁੱਲਰ, ਉਹਨਾਂ ਨੂੰ ਮਿਲੋ। ਲੀਵਰ ਕੀ ਜਿੰਨੀਆਂ ਵੀ ਜਹਾਨ ਦੀਆਂ ਬਿਮਾਰੀਆਂ ਨੇ ਸਾਰੀਆਂ ਠੀਕ ਹੋ ਜਾਣਗੀਆਂ। ਹਾਂਜੀ ਹਾਂਜੀ, ਬਹੁਤ ਇਹ ਬਹੁਤ ਵੱਡਾ ਮੈਸੇਜ ਤੁਸੀਂ ਦੇ ਰਹੇ ਹੋ ਅਤੇ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਜਿਹੜੀ ਤੁਸੀਂ ਆ ਵਾਕ ਬੋਲਿਆ ਆ, ਕਿਉਂਕਿ ਬਹੁਤ ਸਾਰਾ ਸਾਡੇ ਅਸੀਂ ਆਲੇ ਦੁਆਲੇ 'ਚ ਦੇਖਦੇ ਹਾਂ, ਸਾਡੇ ਘਰਾਂ ਦੇ ਵਿੱਚ ਜੇ 6 ਮੈਂਬਰ ਆ ਤਾਂ 2-3 ਬਿਮਾਰ ਨੇ ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਅੱਧੇ ਨੂੰ ਲੀਵਰ ਦੀ ਪ੍ਰੋਬਲਮ ਹੁੰਦੀ ਆ, ਜਾਂ ਹੋਰ ਬਲੱਡ ਪ੍ਰੈਸ਼ਰ ਦੀ, ਜਾਂ ਹੋਰ ਜਿੰਨੀਆਂ ਵੀ ਨੋਰਮਲ ਘਰਾਂ ਦੇ ਵਿੱਚ ਸ਼ੂਗਰ ਵਗੈਰਾ ਜਾਂ ਪੱਕੀਆਂ ਬਿਮਾਰੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਹੋਊਗੀ, ਬਲੱਡ ਦੀ ਵੀ ਹੋਊਗੀ, ਸ਼ੂਗਰ ਵੀ ਹੋਊਗੀ। ਤਾਂ ਕਿਤੇ ਨਾ ਕਿਤੇ ਜਿਹੜੇ ਅਸੀਂ ਵੀ ਜਿਹੜੇ ਪੇਸ਼ੈਂਟ ਆ ਉਹਨਾਂ ਨਾਲ ਗੱਲ ਕਰਕੇ ਜਾਂ ਉਹ ਚੀਜ਼ਾਂ ਅਸੀਂ ਫੀਲ ਕੀਤੀਆਂ ਲੇਕਿਨ ਕਿ ਉਹ ਸ਼ੂਗਰ ਨੂੰ ਹੁਣ ਬਿਮਾਰੀ ਨਹੀਂ ਗਿਣਦੇ, ਸ਼ੂਗਰ ਵੀ ਠੀਕ ਹੋਈ ਆ। ਸੋ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦਾ ਜਿਹੜਾ ਮੇਨ ਮਕਸਦ ਸਾਡਾ ਇਹੀ ਸੀ ਕਿ ਜਿਹੜੀ ਸਹੀ ਮਾਇਨੇ 'ਚ ਤੁਸੀਂ ਬਿਮਾਰੀ ਤੋਂ ਠੀਕ ਹੋਏ ਹੋ ਤਾਂ ਇੱਦਾਂ ਦੀ ਬਿਮਾਰੀ ਜਿਹੜੀ ਆ ਸਾਡੇ ਕੋਈ ਸਬਸਕ੍ਰਾਈਬਰ ਜਿਹੜੇ ਜੁੜੇ ਹੋਏ ਉਹਨਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਹੋਵੇ ਤਾਂ ਵੀ ਡਾਕਟਰ ਸਾਹਿਬ ਨਾਲ ਮਿਲ ਕੇ ਠੀਕ ਕਰ ਸਕਦੇ ਨੇ। ਇਸ ਤੋਂ ਇਲਾਵਾ ਤੁਹਾਡੇ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਕੋਈ ਮੈਂਬਰ ਜਿਵੇਂ ਬਜ਼ੁਰਗ ਹੋ ਸਕਦੇ ਜਾਂ ਬੱਚੇ ਹੋ ਸਕਦੇ, ਉਹ ਕਿਸੇ ਬਿਮਾਰੀ ਤੋਂ ਗ੍ਰਸਤ ਸੀ ਜਾਂ ਉਹ ਠੀਕ ਹੋਏ ਆ ਜਾਂ ਸਟਿਲ ਉਹ ਠੀਕ ਨੇ, ਕਿਵੇਂ ਆ? ਹਾਂਜੀ, ਮੇਰੇ ਮਦਰ ਦੀ ਦਿੱਕਤ ਸੀ, BP ਦੀ ਦਿੱਕਤ ਸੀ, ਉਹਨਾਂ ਦੇ ਵੀ ਲੀਵਰ ਦੀ ਦਿੱਕਤ ਬਣੀ ਹੋਈ ਸੀ। ਉਸ ਦੇ ਨਾਲ ਇੰਨੀ ਕੁ ਵਧੀ ਹੋਈ ਸੀ ਕਿ ਸਰਵਾਈਕਲ ਪੇਨ ਵੀ ਸੀ ਨਾਲ, ਸਰਵਾਈਕਲ ਦੇ ਨਾਲ ਇੱਕ ਬਾਜੂ, ਠੀਕ ਹੈ ਜੀ, ਇੱਧਰ ਲੈਗ, ਇਹ ਦੋਵਾਂ ਦੇ ਵਿੱਚ ਦਰਦ ਹੁੰਦੀ ਸੀ ਕਿਉਂਕਿ ਨਰਵਸ ਸਿਸਟਮ ਡਾਊਨ ਹੋਇਆ ਸੀ। ਸਰਵਾਈਕਲ 'ਤੇ ਇੰਨੀ ਦਿੱਕਤ ਵੱਧ ਗਈ ਹੋਈ ਸੀ ਕਿ ਉਹਨਾਂ ਨੇ ਲਾਗੇ ਕੋਈ ਹਸਪੀਟਲ ਨਹੀਂ ਛੱਡਿਆ ਹੋਣਾ, ਬਿਆਸ, ਜਲੰਧਰ, ਜਿੱਥੇ ਵੀ ਕਿਤੇ ਮਿਲਦਾ ਸੀ ਮੈਸੇਜ ਕਿ ਹਾਂ ਇੱਥੋਂ ਮੈਡੀਸਨ ਲੈ ਆਓ। ਇੱਥੋਂ ਤੱਕ ਕਿ ਉਹਨਾਂ ਨੂੰ ਪ੍ਰੋਫੈਸ਼ਨਲੀ
ਜਿੰਨੇ ਵੀ ਡਾਕਟਰਸ ਜਾਂ ਜਿੰਨੇ ਵੀ ਹਸਪੀਟਲਾਂ 'ਚ ਗਏ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਸਰਵਾਈਕਲ ਦਾ ਕੋਈ ਇਲਾਜ ਨਹੀਂ ਹੈ। ਹਾਂਜੀ ਹਾਂਜੀ, ਤੇ ਪਰੇਸ਼ਾਨ ਵੀ ਹੋਏ, ਬੜਾ ਉਹ ਚੀਜ਼ ਦਾ ਸਟ੍ਰੈਸ ਵੀ ਲਿਆ, ਤੇ ਬਟ ਚਲੋ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਇੱਥੋਂ ਦਾ ਮੈਸੇਜ ਲੱਗਾ। ਠੀਕ ਹੈ ਜੀ, ਇੱਥੋਂ ਮੈਡੀਸਨ ਆਪਾਂ ਸ਼ੁਰੂ ਕੀਤੀ, ਕੰਟੀਨਿਊ ਲਈ। ਹਾਂ ਇੰਨੀ ਗੱਲ ਹੈ ਕਿ ਇੱਕ ਚੀਜ਼ ਹੁੰਦਾ ਹੈ ਕਿ ਮੈਡੀਸਨ ਦੇ ਦੇਣਾ, ਇੱਕ ਚੀਜ਼ ਹੁੰਦਾ ਮੈਡੀਸਨ ਨੂੰ ਬੜੇ ਧਿਆਨ ਨਾਲ ਇੱਕ ਰੂਟੀਨ ਵਾਈਜ਼ ਲੈਣਾ। ਇਹਨਾਂ ਦੋਵਾਂ ਚੀਜ਼ਾਂ 'ਚ ਫ਼ਰਕ ਹੈ ਕਿ ਹੁਣ ਤੁਸੀਂ ਮੈਡੀਸਨ ਲਾ ਲਓ, ਡਾਕਟਰ ਸਾਹਿਬ ਮੈਡੀਸਨ ਦੇ ਦੇਣਗੇ ਬਟ ਆਪਾਂ ਉਹਨੂੰ ਧਿਆਨ ਨਾਲ ਨਹੀਂ ਲਵਾਂਗੇ ਤੇ ਉੱਥੇ ਵੀ ਰਿਜ਼ਲਟ ਦਾ ਫ਼ਰਕ ਪੈ ਜਾਂਦਾ। ਤਾਂ ਉਹ ਪ੍ਰੋਪਰ ਧਿਆਨ ਨਾਲ ਲਈ, ਠੀਕ ਆ, ਰੈਗੂਲਰ ਟਰੀਟਮੈਂਟ ਕੀਤਾ ਤੇ ਹੁਣ ਸਰਵਾਈਕਲ ਤੋਂ ਵੀ ਠੀਕ ਨੇ, ਬੀਪੀ ਤੋਂ ਵੀ ਠੀਕ ਨੇ, ਤੇ ਜਿਹੜੀ ਇਹ ਦਰਦ ਹੁੰਦੀ ਸੀ ਇੱਕ ਪਾਸੇ, ਇੱਕ ਬਾਂਹ ਦੇ ਵਿੱਚ ਤੇ ਇੱਕ ਲੱਤ ਦੇ ਵਿੱਚ, ਉਹ ਵੀ ਠੀਕ ਆ ਬਿਲਕੁਲ। ਹੁਣ ਜਿਹੜਾ ਘਰ ਦੇ ਕੰਮਕਾਰ ਆ ਹਨਾ, ਮਾਤਾ ਜੀ ਮਹਾਰਾਜ ਇਹਨਾਂ ਦੀ ਉਮਰ ਜਿਹੜੀ ਲੰਮੀ ਬਖਸ਼ੇ, ਅਸੀਂ ਕਿੰਨੇ ਵੀ ਤੰਦਰੁਸਤੀ ਰਹਿਣ, ਪ੍ਰੋਪਰ ਸਾਰੇ ਕੰਮਕਾਰ ਕਰ ਸਕਦੇ ਆ, ਹੁਣ ਕਰਦੇ ਆ। ਅੱਗੇ ਤੋਂ ਬਾਲਟੀ ਨਹੀਂ ਸੀ ਚੁੱਕ ਪਾਉਂਦੇ ਕੱਪੜੇ ਵਾਲੀ, ਹੁਣ ਸਾਰਾ ਕੰਮ ਕਰਦੇ ਨੇ ਉਹ, ਕਿਉਂ ਸਵੇਰ ਤੋਂ ਉੱਠਦੇ ਨੇ ਸ਼ਾਮਾਂ ਤੱਕ। ਤੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਰੋਕੀਆਂ ਗਈਆਂ ਖਾਣ ਪੀਣ ਨੂੰ ਲੈ ਕੇ ਜਾਂ ਇਹ ਹੋਰ ਹਨਾ, ਆਪਾਂ ਜਿਹੜੇ ਵੀ ਡਾਕਟਰ ਸਾਹਿਬ ਨੇ ਤੁਹਾਨੂੰ ਪਰਹੇਜ਼ ਦੱਸਿਆ ਉਹ ਪ੍ਰੋਪਰ ਚੱਲ ਰਿਹਾ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਉਹਨਾਂ ਦੇ ਸਿਰ ਤੇ ਆਪਾਂ ਠੀਕ ਆ। ਜੇ ਉਹ ਫਿਰ ਉਹ ਕੰਟੀਨਿਊ ਉੱਦਾਂ ਹੀ ਚੱਲਦੇ ਗਏ ਤੇ ਫਿਰ ਤੇ ਤੁਹਾਨੂੰ ਪਤਾ ਹੀ ਉਹ ਫਿਰ ਉਹੀ ਹਾਲ ਹੋ ਜਾਣਾ। ਕਿਉਂਕਿ ਜ਼ਰੂਰੀ ਨਹੀਂ ਕਿ ਆਪਾਂ ਖਾਣ ਵਾਸਤੇ ਮਤਲਬ ਸਾਰੀ ਦਿਹਾੜੀ ਇੱਕੋ ਚੀਜ਼ ਮਨ 'ਚ ਰੱਖਣੀ ਕਿ ਖਾਣਾ ਹੀ ਖਾਣਾ ਹੈ। ਚੀਜ਼ ਹਰੇਕ ਕੋਈ ਖਾਣੀ ਚਾਹੀਦੀ ਹੈ ਬਟ ਉਹਦਾ ਟਾਈਮ ਜ਼ਰੂਰੀ ਹੈ। ਤਾਂ ਟਾਈਮ ਦੇ ਹਿਸਾਬ ਨਾਲ ਹਰੇਕ ਚੀਜ਼ ਲਓ, ਤੁਸੀਂ ਉਹਦਾ ਆਨੰਦ ਵੀ ਮਾਣੋ ਤੇ ਉਹਦਾ ਸਰੀਰ 'ਤੇ ਚੰਗਾ ਅਸਰ ਵੀ ਪਾਓ। ਬਹੁਤ ਹੈਲਦੀ ਤੰਦਰੁਸਤ ਗੱਲਬਾਤ ਜਿਹੜੀ ਸਾਡੀ ਤੁਹਾਡੇ ਨਾਲ ਹੋਈ ਆ, ਤੇ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਬਹੁਤ ਜਿਹੜੀ ਤੁਸੀਂ ਜਾਣਕਾਰੀ ਉਹਨਾਂ ਨੂੰ ਦਿੱਤੀ, ਉਹਨਾਂ ਦੇ ਵਿੱਚੋਂ ਕੀਮਤੀ ਜਾਣਕਾਰੀ ਉਹ ਵੀ ਉਹਨਾਂ ਨੇ ਨੋਟ ਕਰ ਲਈ। ਤੋ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਸਾਡੇ ਚੈਨਲ ਦੇ ਲਈ, ਤੇ ਅਸੀਂ ਇੱਦਾਂ ਹੀ ਪੋਜ਼ਿਟਿਵ ਮੈਸੇਜ ਜਿਹੜੇ ਆ, ਸਾਡਾ ਕਮਿਟਮੈਂਟ ਹੁੰਦਾ ਵੀ ਸਾਡੇ ਸਬਸਕ੍ਰਾਈਬਰਾਂ ਨੂੰ ਮਿਲਦੇ ਰਹਿਣ। ਸੋ ਸਭ ਦਾ ਧੰਨਵਾਦ ਹੈ ਜੀ, ਤੁਸੀਂ ਜੁੜੇ ਹੋਏ ਹੋ ਜੀ ਕੇਅਰ ਏਸ਼ੀਆ ਟੀਵੀ ਦੇ ਨਾਲ। ਸ਼ੁਕਰੀਆ।